ਸਚਿਨ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੀਪੀਐਸਸੀ ਦੀ ਸਿਵਲ ਸਰਵਿਸ ਪ੍ਰੀਖਿਆ ਦੇ ਵਿੱਚ ਤੀਸਰਾ ਰੈਂਕ ਲੈ ਕੇ ਆਉਣ ਦੇ ਲਈ ਵਧਾਈਆਂ ਦੇਣਾ ਚਾਹੂੰਗੀ। I would be lying here ਜੇ ਮੈਂ ਇਹ ਕਹਾਂ ਕਿ ਮੈਂ ਉਹਨਾਂ ਦਿਨ 'ਚ ਫਰਸਟ੍ਰੇਟ ਨਹੀਂ ਹੋਇਆ। ਡੈਫੀਨੇਟਲੀ ਬਹੁਤ ਜ਼ਿਆਦਾ ਫਰਸਟ੍ਰੇਟ ਹੋਇਆ, ਆਪਣੇ ਉੱਤੇ ਗੁੱਸਾ ਬਹੁਤ ਜ਼ਿਆਦਾ ਹੈ। ਚੀਜ਼ ਜੋ ਤੁਸੀਂ ਕੈਪੀਟਲਾਈਜ਼ ਕਰ ਸਕਦੇ ਹੋ, ਜਦ ਤੁਹਾਡੇ ਮੂਡ ਦੀ ਪੀਕ ਆ ਰਹੀ ਹੈ ਨਾ, ਤੁਹਾਨੂੰ ਪਤਾ ਪੀਕ ਤੋਂ ਬਾਅਦ ਸਲੰਪ ਆਣੀ ਆ, ਤਾਂ ਜੇ ਤੁਸੀਂ ਪੀਕ ਨੂੰ ਅੱਛੀ ਤਰ੍ਹਾਂ ਯੂਜ਼ ਕਰੋਗੇ ਨਾ ਤਾਂ ਸਲੰਪ ਦਾ ਪੀਰੀਅਡ ਬਹੁਤ ਛੋਟਾ ਹੋ ਜਾਏਗਾ। ਇੱਕ ਬਹੁਤ 3-4 ਮਿਥਸ ਨੇ ਜੋ ਮਾਰਕੀਟ ਵਿੱਚ ਬਹੁਤ ਪ੍ਰੈਵਲੈਂਟ। ਕੋਚਿੰਗ ਤੋਂ ਜ਼ਿਆਦਾ ਜਦ ਤੱਕ ਤੁਸੀਂ ਆਪ ਆਪਣੀ ਸਟੈਂਡਰਡ ਬੁੱਕਸ ਦੇ ਨਾਲ ਟਾਈਮ ਸਪੈਂਡ ਨਹੀਂ ਕਰਦੇ ਹੈਗੇ, ਯੂ ਕੈਨੋਟ ਗੈਟ ਰਿਜ਼ਲਟਸ। ਸਿੱਧੀ ਜੀ ਗੱਲ ਇਹ ਹੈ। ਠੀਕ ਹੈ, ਉਹ ਜਿਵੇਂ UPSC ਐਸਪੀਰੈਂਟ ਸੀਰੀਜ਼ ਵਿੱਚ ਦਿਖਾਇਆ ਹੋਇਆ ਕਿ ਉਹ 10x10 ਦੇ ਬੈਰਕਸ ਵਿੱਚ ਓਲਡ ਰਜਿੰਦਰ ਨਗਰ ਸਾਰੇ ਡੱਕੇ ਹੋਏ ਨੇ ਤੇ ਉੱਥੇ ਤਿਆਰੀ ਕਰ ਰਹੇ ਨੇ। ਇੱਦਾਂ ਦੀ ਗੱਲ ਨਹੀਂ ਹੈ। ਇੱਦਾਂ ਕਰਕੇ ਨਾ ਮੈਂ ਸਾਲ ਦੀਆਂ ਜਿਹੜੀ 25 to 30 ਜਿਹਨਾਂ ਨੂੰ ਕਹਿੰਦੇ ਆਪਾਂ ਹੌਟ ਥੀਮਸ ਹਰ ਪੇਪਰ ਦੀਆਂ ਤਿਆਰ ਕਰ ਰਹੇ ਹਾਂ। GS 1 2 3 4 ਆਪਣੇ ਵਿੱਚ ਪ੍ਰੋਬਲਮ ਮੈਂ ਤੁਹਾਨੂੰ ਦੱਸਦਾ, ਸਾਰੇ ਐਸਪੀਰੈਂਟਸ ਇੰਕਲੂਡਿੰਗ ਮਾਈਸੈਲਫ, ਮੇਰਾ ਪ੍ਰੀਲਿਮਸ ਇਸ ਵਾਰ ਸਿਰਫ 0.5 ਮਾਰਕਸ ਤੋਂ ਕਲੀਅਰ ਹੋਇਆ ਤੇ ਸ਼ਾਇਦ ਜੇ ਮੇਰਾ ਪ੍ਰੀਲਿਮਸ ਨਾ ਕਲੀਅਰ ਹੋਇਆ ਹੁੰਦਾ ਤਾਂ ਮੈਂ ਉਰੇ ਤੁਹਾਡੇ ਸਾਹਮਣੇ ਨਾ ਬੈਠਿਆ ਹੁੰਦਾ। ਜਿਹੜੀ ਮੋਟੀਵੇਸ਼ਨ ਆ ਉਹ ਇੱਕ ਬੈਟਰੀ ਦੀ ਤਰ੍ਹਾਂ ਹੈਗੀ। ਹੌਸਲਾ ਨਾ ਛੱਡੋ। ਯਾਦ ਰੱਖੋ, ਈਚ ਐਂਡ ਐਵਰੀ ਵਨ ਆਫ ਯੂ ਕੈਨ ਬੀ ਅ ਬਿਊਰੋਕਰੈਟ। ਦੇਰ ਆਰ ਫਿਊ ਰਿਲੇਟਿਵਸ ਜਿਨ੍ਹਾਂ ਨੂੰ ਪੋਕ ਕਰਨ ਦੀ ਆਦਤ ਹੁੰਦੀ ਹੈ, ਜਿਨ੍ਹਾਂ ਦਾ ਓਨਲੀ ਪਰਪਸ ਹੁੰਦਾ ਹੈਗਾ ਕਿ ਤੁਹਾਨੂੰ ਇਹ ਕਹਿਣਾ ਕਿ ਕੁਛ ਹੋਰ ਕਰ ਲਓ, ਕੁਛ ਹੋਰ ਕਰ ਲਓ। ਮੇਰੇ ਫੈਮਿਲੀ ਨੇ ਮੈਨੂੰ ਹਮੇਸ਼ਾ ਉਹਨਾਂ ਤੋਂ ਸ਼ੀਲਡ ਕਰਕੇ ਰੱਖਿਆ। ਮੈਨੂੰ ਸ਼ੁਰੂ ਤੋਂ ਕਾਰ ਅੱਛੀ ਤਰ੍ਹਾਂ ਨਹੀਂ ਆਉਂਦੀ ਚਲਾਉਣੀ ਤੇ ਮੈਨੂੰ ਡਰ ਆ ਕਿ ਮੈਂ ਚਲਾਊਂਗਾ ਤਾਂ ਮੇਰੇ ਤੋਂ ਲੱਗ ਜੂਗੀ। ਪਰ ਮੇਰੇ ਡੈਡ ਨੇ ਮੈਨੂੰ ਇੱਕ ਵੀ ਵਾਰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਬੇਟਾ ਤੈਨੂੰ ਕਾਰ ਨਹੀਂ ਆਉਂਦੀ, ਮੈਨੂੰ ਤੈਨੂੰ ਸਵੇਰੇ ਲਾਇਬ੍ਰੇਰੀ ਛੱਡ ਕੇ ਆਉਣਾ ਪੈਂਦਾ ਤੇ ਸ਼ਾਮ ਨੂੰ ਪਿਕ ਕਰਨਾ ਪੈਂਦਾ। ਸਚਿਨ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੀਪੀਐਸਸੀ ਦੀ ਸਿਵਲ ਸਰਵਿਸ ਪ੍ਰੀਖਿਆ ਦੇ ਵਿੱਚ ਤੀਸਰਾ ਰੈਂਕ ਲੈ ਕੇ ਆਉਣ ਦੇ ਲਈ ਵਧਾਈਆਂ ਦੇਣਾ ਚਾਹੂੰਗੀ। ਥੈਂਕ ਯੂ ਸੋ ਮਚ ਮੈਮ। ਤੇ ਸਾਰੇ ਜਿਹੜੇ ਸਾਡੇ ਐਸਪੀਰੈਂਟਸ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਤੁਹਾਨੂੰ ਇਸ ਸਰਵਿਸ ਵਿੱਚ, ਸਿਵਲ ਸਰਵਿਸ ਵਿੱਚ ਆਉਣ ਦੀ ਮੋਟੀਵੇਸ਼ਨ ਕਿੱਥੋਂ ਮਿਲੀ? ਮੈਮ, ਪਹਿਲੀ ਗੱਲ ਤਾਂ ਇਹ ਹੈ ਕਿ ਸਭ ਤੋਂ ਪਹਿਲੀ ਵਾਰ ਜਿਹੜਾ ਆਈਡੀਆ ਸੀਗਾ ਸਿਵਲ ਸਰਵਿਸਿਜ਼ ਦਾ ਉਹ ਆਇਆ ਜਦ ਮੈਂ ਕਲਾਸ 10th ਵਿੱਚ ਸੀਗਾ। ਆਈ ਹੈਪਨ ਟੂ ਟੌਪ ਮਾਈ ਸਕੂਲ ਤੇ ਉਸ ਵੇਲੇ DC ਜਿਹੜੇ ਸੀਗੇ, ਦ ਦੈਨ DC, ਮੈਨੂੰ ਉਹਨਾਂ ਦਾ ਨੇਮ ਯਾਦ ਨਹੀਂ ਹੈਗਾ, ਉਹ ਫੈਸਿਲਿਟੇਟ ਕਰਨ ਆਏ ਸਾਨੂੰ। ਉਸ ਵੇਲੇ ਉਹਨਾਂ ਨੇ ਇੱਕ ਸਪੀਚ ਦਿੱਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਾਟ ਇਟ ਮੀਨਸ ਟੂ ਬੀ ਅ ਬਿਊਰੋਕਰੈਟ। ਪਹਿਲੀ ਵਾਰ ਆਈਡੀਆ, ਮਤਲਬ ਰਫ ਜਿਹਾ ਆਈਡੀਆ ਜਿਹੜਾ ਹੁੰਦਾ ਨਾ ਉਹ ਆਇਆ। ਪਰ ਉਸ ਵੇਲੇ ਨਾ ਇੱਕ ਰॉ ਸੈਂਸ ਸੀਗੀ ਕਿ ਓਕੇ DC ਇਜ਼ ਆਲ ਅਬਾਊਟ ਪਾਵਰ, ਬੱਤੀ ਵਾਲੀ ਕਾਰ ਐਂਡ ਆਲ ਦੈਟ। ਬਟ ਐਜ਼ ਐਨ ਆਰਗੈਨਿਕ ਰਿਐਲਿਟੀ ਕਿ ਇਹ ਚੇਂਜ ਕਿੱਦਾਂ ਲੈ ਕੇ ਆ ਸਕਦੇ ਹਾਂ ਆਪਾਂ ਸਿਵਲ ਸਰਵਿਸਿਜ਼ ਦੇ ਵਿੱਚ। ਉਹ ਨਾ ਮੇਰਾ ਫਰੈਂਡ ਸੀ ਹਰਸ਼ ਕੋਠਾਰੀ, ਉਹਨੇ ਮੈਨੂੰ ਰੋਪ ਇਨ ਕੀਤਾ ਸੈਕਿੰਡ ਈਅਰ ਦੇ ਵਿੱਚ ਕਿ ਆਪਾਂ ਕਿੱਦਾਂ ਉਹ ਕਰਨਾ ਹੈਗਾ। ਮਤਲਬ ਹੀ ਵਾਜ਼ ਵੈਰੀ ਮੂਵਡ ਬਾਏ ਦ ਕੰਡੀਸ਼ਨ ਆਫ ਚਾਈਲਡ ਬੈਗਰਸ। ਸਪੈਸ਼ਲੀ ਤੁਸੀਂ ਦੇਖਿਆ ਹੋਣਾ ਉੱਥੇ ਓਮੈਕਸ ਮਾਲ ਆ, ਉਹਦੇ ਆਪੋਜ਼ਿਟ ਕਾਲੀ ਮਾਤਾ ਮੰਦਿਰ ਆ ਤੇ ਉੱਥੇ ਅਰਾਊਂਡ ਇੱਕ ਪੂਰੀ ਲੇਨ ਹੈਗੀ ਆ ਜੋ ਬੈਗਰਸ ਲਈ ਬਹੁਤ ਜ਼ਿਆਦਾ ਉਹ ਹੈ। ਤੇ ਉਹਨਾਂ ਨੇ ਸਾਨੂੰ ਕਿਹਾ ਕਿ ਵੀ ਵਾਂਟ ਟੂ ਡੂ ਸਮਥਿੰਗ ਫॉर ਥੀਸ ਕਿਡਸ। ਤੇ ਫਿਰ ਅਸੀਂ ਦੇਖਿਆ ਇੱਕ ਥਾਪਰ ਦੇ ਗੇਟ ਨੰਬਰ 3 ਦੇ ਜਸਟ ਪਿੱਛੇ ਹੀ ਨਾ ਉਹ ਹੈ ਇੱਕ ਸਲਮ ਸਕੂਲ ਹੈਗਾ, ਇੱਕ ਸਲਮ ਏਰੀਆ ਹੈਗਾ ਤੇ ਉਹਦੇ ਨਾਲ ਇੱਕ ਪ੍ਰਾਇਮਰੀ ਸਕੂਲ ਹੈ ਜਿਹੜਾ ਮੋਸਟ ਆਫ ਦਾ ਟਾਈਮਸ ਬੰਦ ਰਹਿੰਦਾ ਸੀਗਾ ਜਾਂ ਸ਼ਾਇਦ ਡੀਫੰਕਟ ਸੀਗਾ। ਤੇ ਅਸੀਂ ਇੱਕ ਪਰਸਨਲ ਗੱਲ ਕੀਤੀ, ਉਹ ਇੱਕ ਕਿਸੇ ਟਰਸਟ ਦੇ ਬੰਦੇ ਸੀਗੇ, ਉਹਨਾਂ ਨੇ ਉਹ ਹਰਸ਼ ਨੇ ਗੱਲ ਕੀਤੀ ਤਾਂ ਸਕੂਲ ਖੁਲਵਾਇਆ ਉਹ, ਤੇ ਮੈਨੂੰ ਟੀਚਿੰਗ ਵੋਲੰਟੀਅਰ ਦਾ ਉੱਥੇ ਰੋਲ ਦਿੱਤਾ। ਤੇ ਜਦ ਮੈਂ ਟੀਚਿੰਗ ਵੋਲੰਟੀਅਰਿੰਗ ਕੀਤੀ ਤਾਂ ਮੈਂ ਦੇਖਿਆ ਕਿ ਕਿੰਨਾ ਉਹ ਬੱਚੇ ਕਿੰਨੇ ਜ਼ਿਆਦਾ ਅੰਡਰ ਪ੍ਰਿਵਿਲੇਜ ਨੇ। ਆਈ ਵਿਲ ਟੈਲ ਯੂ ਐਨ ਐਗਜ਼ਾਮਪਲ। ਇੱਕ ਵਾਰ ਅਸੀਂ ਐਂਟੀ ਬੈਗਿੰਗ ਅਵੇਅਰਨੈਸ ਡਰਾਈਵ ਕਰਨ ਗਏ ਉੱਥੇ ਏਰੀਆ ਦੇ ਵਿੱਚ, ਸਲਮ ਏਰੀਆ ਦੇ ਵਿੱਚ। ਤਾਂ ਉੱਥੇ ਦੇਰ ਵਾਜ਼ ਅ lady, she had UTI, urinary tract infection, and she was expecting at that point of time. We all know that UTI is very dangerous for what you call an expecting mother. Yeah. But still she did not have money for financing for her medical expenses. ਤੇ ਅਸੀਂ ਫਿਰ ਸਾਰਿਆਂ ਨੇ ਉਸ ਵੇਲੇ ਸਾਰੇ ਹਰ ਹੱਥ ਕਲਮ ਦੇ ਵੋਲੰਟੀਅਰਸ ਨੇ ਕੰਟਰੀਬਿਊਟ ਕਰਕੇ ਉਹ ਪਾਇਆ। ਇਟ ਵਾਜ਼ ਸੋਲਲੀ ਹਰਸ਼ ਲੀਡਰਸ਼ਿਪ, ਬਟ ਇਟ ਗੇਵ ਯੂ ਇਨਸਪੀਰੇਸ਼ਨ। ਯੈਸ। ਐਂਡ ਉਸ ਤੋਂ ਬਾਅਦ ਅਸੀਂ ਐਂਟੀ ਬੈਗਿੰਗ ਅਵੇਅਰਨੈਸ ਡਰਾਈਵਸ ਕੀਤੀਆਂ। ਉੱਥੇ ਮੈਂ ਦੇਖਿਆ ਕਿ ਇੱਕ NGO ਜਿਹੜਾ ਹੈਗਾ ਨਾ ਉਹ ਸਟੇਟ ਕੈਪੈਸਿਟੀ ਨੂੰ ਉਹ ਕਰ ਸਕਦਾ, ਆਪਾਂ ਕਹਿੰਦੇ ਹਾਂ ਨਾ ਕਿ ਕੰਪਲੀਮੈਂਟ ਕਰ ਸਕਦਾ, ਪਰ ਸਪਲੀਮੈਂਟ ਕਰ ਸਕਦਾ ਪਰ ਸਬਸਟੀਟਿਊਟ ਨਹੀਂ ਕਰ ਸਕਦਾ। ਮਤਲਬ ਦੇयर ਇਜ਼ ਅ ਡਿਫਰੈਂਸ। ਕਿਉਂਕਿ ਇੱਕ NGO 'ਚ ਤੁਸੀਂ ਅਵੇਅਰਨੈਸ ਰੇਜ਼ ਕਰ ਸਕਦੇ ਹੋ, ਠੀਕ ਹੈ, ਤੁਸੀਂ ਵੱਧ ਤੋਂ ਵੱਧ ਸਲਮ ਚਿਲਡਰਨ ਨੂੰ ਪੜ੍ਹਾ ਸਕਦੇ ਹੋ, ਪਰ ਜਿਹੜਾ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਉਹਦੇ ਲਈ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਆ, ਉਹ ਸਭ ਚੀਜ਼ਾਂ ਨੇ ਉਹ ਇੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਕੋਲ ਟਰਮੈਂਡਸ ਰਿਸੋਰਸਿਸ ਨੇ ਉਹਨਾਂ ਦੇ ਡਿਸਪੋਜ਼ਲ 'ਤੇ। ਜਿਵੇਂ
ਜੁਵੈਨਾਈਲ ਜਸਟਿਸ ਐਕਟ ਦੇ ਅੰਡਰ ਤੇ ਪ੍ਰੀਵੈਂਸ਼ਨ ਆਫ ਚਾਈਲਡ ਸੈਕਸ਼ੂਅਲ ਅਫੈਂਸਿਸ ਦੇ ਅੰਡਰ ਤੇ ਪ੍ਰੀਵੈਂਸ਼ਨ ਆਫ ਬੈਗਰੀ ਐਕਟ ਦੇ ਅੰਡਰ ਬਹੁਤ ਸਾਰੀ ਕਮੇਟੀਜ਼ ਨੇ ਡਿਸਟ੍ਰਿਕਟ ਲੈਵਲ 'ਤੇ, ਉਹਨਾਂ ਵਿੱਚੋਂ ਇੱਕ ਫੇਮਸ ਹੈਗੀ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਕਮੇਟੀ। ਤੇ ਜੇ ਉਹ ਚਾਹਣ ਤਾਂ ਜੇ ਬਿਊਰੋਕ੍ਰੈਟਿਕ ਵਿਲ ਹੋਵੇ ਤਾਂ ਉਹ ਆਪਣੇ ਇੱਕ ਸਟ੍ਰੋਕ ਆਫ ਪੈਨ ਦੇ ਨਾਲ ਕਿੰਨੇ ਜ਼ਿਆਦਾ ਚਾਈਲਡ ਬੈਗਰਸ ਦਾ ਭਲਾ ਕਰ ਸਕਦੇ ਹਨ। ਬਟ ਆਈ ਥਿੰਕ ਇੱਕ ਪੁਆਇੰਟ ਆਫ ਟਾਈਮ ਤੋਂ ਬਾਅਦ ਨਾ ਉਹ ਲਿੰਗਰ ਔਨ ਹੁੰਦਾ ਰਹਿੰਦਾ ਹੈਗਾ, ਤੇ ਉੱਥੇ ਆਪਾਂ ਨੂੰ ਥੋੜੇ ਪ੍ਰੋਐਕਟਿਵ ਇੰਡੀਵਿਜੂਅਲਸ ਦੀ ਲੋੜ ਆ। ਆਈ ਐਮ ਨਾਟ ਸੇਇੰਗ ਦਾ ਕਰੰਟ ਬਿਊਰੋਕ੍ਰੇਸੀ ਇਜ਼ ਨਾਟ ਪ੍ਰੋਐਕਟਿਵ, ਤੇ ਡੈਫੀਨੇਟਲੀ ਆਰ, ਤੇ ਉਹ ਬਹੁਤ ਵਧੀਆ ਕੰਮ ਵੀ ਕਰ ਰਹੇ ਨੇ, ਪਰ ਮੈਨੂੰ ਲੱਗਦਾ ਕਿ ਜਿੰਨੇ ਜ਼ਿਆਦਾ ਹੋਣ ਉਨਾ ਹੀ ਜ਼ਿਆਦਾ ਬੈਟਰ ਹੈ। ਤੁਸੀਂ ਸਿਸਟਮ ਦੇ ਅੰਦਰ ਆ ਕੇ ਚੇਂਜ ਲੈ ਕੇ ਆਉਣਾ ਚਾਹੁੰਦੇ ਹੋ। I believe in the ability of the bureaucracy to bring about change. We know that ਜਦੋਂ ਅਸੀਂ ਪ੍ਰੈਪਰੇਸ਼ਨ ਕਰ ਰਹੇ ਹਾਂ ਸਿਵਲ ਸਰਵਿਸਿਜ਼ ਦੀ, ਤਾਂ ਸਾਡੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ, ਤੇ ਤੁਸੀਂ ਉਸ ਪ੍ਰੈਸ਼ਰ ਨੂੰ ਤੇ ਉਸ ਪ੍ਰੈਪਰੇਸ਼ਨ ਦੇ ਦੌਰਾਨ ਜੋ ਤੁਹਾਨੂੰ ਮੂਡ ਸਵਿੰਗਸ ਆਉਂਦੇ ਆ, ਤਾਂ ਉਹਨੂੰ ਕਿੱਦਾਂ ਹੈਂਡਲ ਕੀਤਾ? ਵੈਲ ਓਬਵੀਅਸਲੀ ਇਹ ਇੱਕ ਬਹੁਤ ਹੀ ਜ਼ਿਆਦਾ ਪਰਟੀਨੈਂਟ ਕੁਐਸਚਨ ਆ ਜੋ ਸਾਰੇ ਐਸਪੀਰੈਂਟਸ ਦੇ ਦਿਮਾਗ ਵਿੱਚ ਚੱਲ ਰਿਹਾ ਹੁੰਦਾ, ਕਿਉਂਕਿ ਆਪਾਂ ਇੱਕ ਐਜੇ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ ਜਿਹਦੇ ਆਪਾਂ ਪ੍ਰੀ ਮੇਨਸ ਇੰਟਰਵਿਊ ਦੇ ਵਿਸ਼ੇਸ਼ ਸਾਈਕਲ 'ਚ ਫਸੇ ਰਹਿੰਦੇ ਹਾਂ। ਤੇ ਆਈ ਥਿੰਕ ਯੂ ਨੋ ਮੀ ਬਿਫੋਰ ਪ੍ਰੈਪਰੇਸ਼ਨ ਡੇਜ਼, ਤੁਸੀਂ ਤਾਂ ਦੇਖੇ ਹੀ ਨੇ ਮੇਰੇ ਮੂਡ ਸਵਿੰਗਸ, ਤੇ ਐਂਡ ਆਈ ਥਿੰਕ ਮਤਲਬ ਬਲਕ ਆਫ ਦ ਰੀਜ਼ਨ ਮੂਡ ਸਵਿੰਗਸ ਇਸ ਕਾਰਨ ਹੁੰਦੇ ਨੇ ਕਿਉਂਕਿ ਨਾ ਆਪਾਂ ਨੂੰ ਸ਼ੁਰੂ ਤੋਂ ਇੱਕ ਇਨਸਟੈਂਟ ਗ੍ਰੈਟੀਫਿਕੇਸ਼ਨ ਦੀ ਆਦਤ ਹੁੰਦੀ ਹੈ। ਜਿਵੇਂ ਆਪਾਂ 10th ਕੀਤੀ, 10th ਪਾਸ ਹੋ ਗਈ, ਜਦ ਹੀ ਸਰਟੀਫਿਕੇਟ ਮਿਲ ਗਿਆ। 11th ਕੀਤੀ, 11th ਪਾਸ ਹੋ ਗਈ, ਜਦ ਹੀ ਮਿਲ ਗਿਆ। ਉਰੇ ਕੀ ਹੈ ਕਿ ਤੁਸੀਂ ਬਹੁਤ ਜ਼ਿਆਦਾ ਟਾਈਮ ਤੱਕ ਬਹੁਤ ਜ਼ਿਆਦਾ ਐਫਰਟ ਪਾਉਣਾ, ਤੇ ਉਹ ਸ਼ਾਇਦ ਬਹੁਤ ਹੀ ਘੱਟ ਚਾਂਸ ਹੈਗਾ ਕਿ ਉਹ ਉੱਥੇ ਡਿਵੀਡੈਂਡ ਪੇ ਕਰੇ, ਤਾਂ ਓਬਵੀਅਸਲੀ ਫਰਸਟ੍ਰੇਸ਼ਨ ਆ ਜਾਂਦੀ ਹੈ। ਇਹਦੇ ਲਈ ਆਈ ਵੁੱਡ ਸੁਜੈਸਟ ਕਿ ਇੱਕ ਹੈਲਦੀ ਸੋਸ਼ਲ ਸਰਕਲ ਮੇਨਟੇਨ ਕਰਕੇ ਰੱਖੋ। I would like to give credit to my friends Deep Karan, Jeevandeep Singh, Karamjot Singh, Ruchika ma'am here, Sumit sir, Anmol. All of them helped me whenever I was down and out, and also Shivali, Pranka, Prince. You know, ਜਦ ਤੁਹਾਡਾ ਇੱਕ ਕੋਰ ਉਹ ਹੁੰਦਾ ਨਾ, ਕੋਰ ਗਰੁੱਪ ਵਧੀਆ, ਜਿਹੜਾ ਤੁਹਾਡੇ ਵਿੱਚ ਬਿਲੀਵ ਕਰਦਾ ਹੈਗਾ, ਤੁਹਾਡੀ ਐਬਿਲਿਟੀਜ਼ ਵਿੱਚ ਬਿਲੀਵ ਕਰਦਾ ਹੈਗਾ, ਤਾਂ ਤੁਸੀਂ ਮੂਡ ਸਵਿੰਗਸ ਨੂੰ ਬੈਟਲ ਕਰਨਾ ਸੌਖਾ ਹੋ ਜਾਂਦਾ ਹੈਗਾ, ਪਹਿਲੀ ਗੱਲ। ਦੂਸਰੀ ਗੱਲ, ਆਪਣੀ ਹੌਬੀ ਉਹ ਨਾ ਲੀਵ ਕਰੋ। ਜਿਵੇਂ ਮੇਰੇ ਲਈ ਕ੍ਰਿਕਟ ਇੱਕ ਬਹੁਤ ਹੀ ਜ਼ਿਆਦਾ ਉਹ ਸੀਗੀ, ਜਿਹਨੂੰ ਕਹਿੰਦੇ ਨਾ ਵੈਰੀ ਪੈਸ਼ਨੇਟ, ਟਿਪੀਕਲ ਇੰਡੀਅਨ ਕ੍ਰਿਕਟਰ, ਤੇ ਮੈਂ ਉਹ ਕਦੇ ਮਿਸ ਆਊਟ ਨਹੀਂ ਸੀ ਕਰਦਾ। ਤੀਸਰੀ ਗੱਲ ਇਹ ਆ ਕਿ ਮੂਡ ਸਵਿੰਗਸ ਆਉਣਗੇ ਤੇ ਨੈਚੁਰਲ ਰਿਐਲਿਟੀ ਹੈਗੀ ਆ, ਪਰ ਜੋ ਤੁਸੀਂ ਇੱਕ ਚੀਜ਼ ਜੋ ਤੁਸੀਂ ਕੈਪੀਟਲਾਈਜ਼ ਕਰ ਸਕਦੇ ਹੋ, ਜਦ ਤੁਹਾਡੇ ਮੂਡ ਦੀ ਪੀਕ ਆ ਰਹੀ ਆ ਨਾ, ਤੁਹਾਨੂੰ ਪਤਾ ਪੀਕ ਤੋਂ ਬਾਅਦ ਸਲੰਪ ਆਉਣੀ ਆ, ਤਾਂ ਜੇ ਤੁਸੀਂ ਪੀਕ ਨੂੰ ਅੱਛੀ ਤਰ੍ਹਾਂ ਯੂਜ਼ ਕਰੋਗੇ ਨਾ, ਤਾਂ ਸਲੰਪ ਦਾ ਪੀਰੀਅਡ ਬਹੁਤ ਛੋਟਾ ਹੋ ਜਾਏਗਾ। ਪਰ ਜੇ ਤੁਸੀਂ ਪੀਕ ਨੂੰ ਨਹੀਂ ਯੂਜ਼ ਕਰਦੇ ਤਾਂ ਸਲੰਪ ਬਹੁਤ ਵੱਡਾ ਹੋ ਜਾਂਦਾ ਹੈਗਾ। ਤਾਂ ਆਈ ਥਿੰਕ ਦੈਟਸ ਵੇਅਰ ਕੋਰਸ ਕਰੈਕਸ਼ਨ ਇਜ਼ ਨੀਡਡ ਪ੍ਰੀਟੀ ਮਚ ਆਲ ਦਾ ਟਾਈਮ ਥਰੂ ਦ ਪ੍ਰੈਪਰੇਸ਼ਨ। ਤੋ ਅਸੀਂ ਦੇਖਦੇ ਹਾਂ ਕਿ ਕੁਝ ਮਿਥਸ ਨੇ ਇਸ ਪੇਪਰ ਨੂੰ ਲੈ ਕੇ, ਕਿ ਪੇਪਰ ਬਹੁਤ ਡਿਫਿਕਲਟ ਹੁੰਦਾ ਹੈ, ਜਾਂ ਫਿਰ ਇਹਦੇ ਲਈ ਬਹੁਤ ਬਹੁਤ ਆਰਸ ਲਈ ਪੜ੍ਹਨਾ ਪੈਂਦਾ ਹੈ, ਕਾਫੀ ਆਰਸ ਇਨਵੈਸਟ ਕਰਨੇ ਪੈਂਦੇ ਇੱਕ ਦਿਨ ਦੇ ਵਿੱਚ, ਤੇ ਤੁਹਾਡੇ ਉਸ ਬਾਰੇ ਕੀ ਖਿਆਲ ਨੇ? ਮੈਮ ਐਕਚੁਅਲੀ ਮੈਂ ਬੇਸਿਕਲੀ ਇੱਕ ਬਹੁਤ 3-4 ਮਿਥਸ ਨੇ ਜੋ ਮਾਰਕੀਟ ਵਿੱਚ ਬਹੁਤ ਪ੍ਰੈਵਲੈਂਟ ਨੇ। ਸਭ ਤੋਂ ਪਹਿਲਾਂ ਮਿਥ ਇਹ ਆ ਕਿ ਯੂ ਹੈਵ ਟੂ ਸਟੱਡੀ 24 ਆਵਰਸ ਆਊਟ ਆਫ 24 ਆਵਰਸ। ਤੁਸੀਂ ਜੁਪੀਟਰ ਤੋਂ ਨਹੀਂ ਹੈਗੇ, ਨਾ ਹੀ ਤੁਸੀਂ ਕੋਈ ਏਲੀਅਨ ਹੋ, ਯੂ ਆਰ ਹਿਊਮਨ ਬੀਇੰਗ, ਐਂਡ ਹੋਮੋ ਸੇਪੀਅਨਸ ਹੈਜ਼ ਲਿਮਿਟਡ ਕੈਪੈਸਿਟੀ ਟੂ ਐਬਜ਼ੌਰਬ। ਤੁਸੀਂ 6 ਤੋਂ 8 ਘੰਟੇ ਪੜ੍ਹੋ, ਇਫੈਕਟਿਵਲੀ ਪੜ੍ਹੋ। ਮਤਲਬ ਜੇ ਤੁਹਾਨੂੰ ਐਨ ਮਾਸ ਪੜ੍ਹਨਾ ਔਖਾ ਲੱਗਦਾ ਹੈਗਾ ਤਾਂ 2 ਆਵਰਸ ਦੇ 3 ਜਾਂ 4 ਸੈਸ਼ਨਸ ਵਿੱਚ ਆਪਣੀ ਸਿਟਿੰਗ ਡਿਵਾਈਡ ਕਰ ਲਓ, ਠੀਕ ਹੈ। ਇੱਕ GS, ਇੱਕ ਆਪਸ਼ਨਲ, ਇੱਕ ਕਰੰਟ ਅਫੇਅਰਸ ਤੇ ਇੱਕ ਆਨਸਰ ਰਾਈਟਿੰਗ। ਇੱਦਾਂ ਕਰਕੇ ਤੁਸੀਂ ਆਪਣਾ ਡੇ ਪੈਨ ਆਊਟ ਕਰੋ, ਤਾਂ ਡੈਫੀਨੇਟਲੀ ਇਹ ਚੀਜ਼ ਵਰਕ ਕਰਦੀ ਹੈ। ਦੂਸਰਾ ਸਭ ਤੋਂ ਬੜਾ ਮਿਥ ਹੈ ਕਿ ਯੂ ਨੀਡ ਕੋਚਿੰਗ। ਆਈ ਡੋਂਟ ਥਿੰਕ ਸੋ। ਆਈ ਥਿੰਕ ਮਤਲਬ ਅੱਜ ਦੇ ਜ਼ਮਾਨੇ ਵਿੱਚ ਹੁਣ ਤੁਸੀਂ ਮਤਲਬ ਪੈਂਡੇਮਿਕ ਦਾ ਇੱਕ ਬਹੁਤ ਅੱਛਾ ਇੰਪੈਕਟ ਇਹ ਰਿਹਾ ਕਿ ਇਹਨੇ ਆਫਲਾਈਨ ਕੋਚਿੰਗ ਇੰਡਸਟਰੀ ਦੀ ਬੈਕ ਲਾਰਜਲੀ ਬ੍ਰੇਕ ਕਰ ਦਿੱਤੀ ਹੈ। ਆਲਦੋ ਆਈ ਮਾਈਸੈਲਫ ਟੁਕ ਕੋਚਿੰਗ, ਠੀਕ ਹੈ, ਬਟ ਆਈ ਰੀਅਲਾਈਜ਼ਡ ਕਿ ਕੋਚਿੰਗ ਤੋਂ ਜ਼ਿਆਦਾ ਜਦ ਤੱਕ ਤੁਸੀਂ ਆਪ ਆਪਣੀ ਸਟੈਂਡਰਡ ਬੁੱਕਸ ਦੇ ਨਾਲ ਟਾਈਮ ਸਪੈਂਡ ਨਹੀਂ ਕਰਦੇ ਹੈਗੇ, ਯੂ ਕੈਨੋਟ ਗੈਟ ਰਿਜ਼ਲਟਸ। ਸਿੱਧੀ ਜਿਹੀ ਗੱਲ ਇਹ ਹੈਗੀ ਹੈ। ਤੇ ਇਸ ਤੋਂ ਬਾਅਦ ਮਤਲਬ ਨੈਕਸਟ ਜੋ ਮਿਥ ਇਹ ਹੈਗਾ ਕਿ ਆਲ UPSC ਐਸਪੀਰੈਂਟਸ ਪ੍ਰੀਪੇਅਰ ਇਨ ਆਈਸੋਲੇਸ਼ਨ, ਠੀਕ ਹੈ। ਉਹ ਜਿਵੇਂ UPSC ਐਸਪੀਰੈਂਟ ਸੀਰੀਜ਼ ਵਿੱਚ ਦਿਖਾਇਆ ਹੋਇਆ ਕਿ ਉਹ 10x10 ਦੇ ਬੈਰਕਸ ਵਿੱਚ ਓਲਡ ਰਜਿੰਦਰ ਨਗਰ ਸਾਰੇ ਡੱਕੇ ਹੋਏ ਨੇ ਤੇ ਉੱਥੇ ਤਿਆਰੀ ਕਰ ਰਹੇ ਨੇ। ਇੱਦਾਂ ਦੀ ਗੱਲ ਨਹੀਂ ਹੈਗੀ। ਇੱਕ ਹੈਲਦੀ ਸੋਸ਼ਲ ਸਰਕਲ ਮੇਨਟੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਹਿਊਮਨ ਬੀਇੰਗ ਪਹਿਲਾਂ ਹੋ, UPSC ਐਸਪੀਰੈਂਟ ਬਾਅਦ ਵਿੱਚ। ਆਈ ਰਿਮੈਂਬਰ ਤੁਹਾਡੇ ਵੀ ਕਾਫੀ ਇੱਦਾਂ ਡੇਜ਼ ਆਉਂਦੇ ਸੀ ਜਦ ਤੁਸੀਂ ਨਹੀਂ ਪੜ੍ਹ ਪਾਉਂਦੇ ਸੀ ਕਾਫੀ ਦਿਨ, ਤਾਂ ਫਿਰ ਤੁਸੀਂ ਉਹਨੂੰ ਕਿੱਦਾਂ ਮੈਨੇਜ ਕੀਤਾ, ਕਿ ਤੁਸੀਂ ਉਹਨਾਂ ਦਿਨਾਂ 'ਚ ਆਪਣੇ ਟਾਈਮ ਨੂੰ ਕਿਵੇਂ ਯੂਟਿਲਾਈਜ਼ ਕੀਤਾ, ਕਿੱਦਾਂ ਓਵਰਕਮ ਕੀਤਾ ਉਸ ਚੀਜ਼ ਨੂੰ? ਆਈ ਵੁੱਡ ਬੀ ਲਾਈਂਗ ਹੇਅਰ ਜੇ ਮੈਂ ਇਹ ਕਹਾਂ ਕਿ ਮੈਂ ਉਹਨਾਂ ਦਿਨ 'ਚ ਫਰਸਟਰੇਟ ਨਹੀਂ ਹੋਇਆ। ਡੈਫੀਨੇਟਲੀ ਬਹੁਤ ਜ਼ਿਆਦਾ ਫਰਸਟਰੇਟ ਹੋਇਆ, ਆਪਣੇ ਉੱਤੇ ਗੁੱਸਾ ਬਹੁਤ ਜ਼ਿਆਦਾ ਆਇਆ। ਤੇ ਇੱਕ UPSC ਐਸਪੀਰੈਂਟ ਆ ਨਾ, ਉਹ 'ਚ ਇਨਬਿਲਟ ਗਿਲਟ ਡਰਿਵਨ ਪਰਸਨੈਲਿਟੀ ਹੁੰਦੀ ਹੈ।
ਮਤਲਬ ਤੁਸੀਂ 2 ਦਿਨ ਵੀ ਨਹੀਂ ਪੜ੍ਹਦੇ ਤੁਹਾਨੂੰ ਲੱਗਦਾ ਉਹ ਨੋ ਸਾਰਾ ਦਿਨ ਖਰਾਬ ਹੋ ਗਿਆ। ਪਰ ਗੱਲ ਇਹ ਹੈਗੀ ਆ ਕਿ ਇੱਕ ਪੁਆਇੰਟ ਆਫ ਟਾਈਮ ਤੋਂ ਬਾਅਦ ਨਾ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਕਿ ਹਾਂ ਇਹ ਮੂਡ ਸਵਿੰਗ ਆ ਅਤੇ 2 ਦਿਨ ਪਰਸਿਸਟ ਕਰੂਗਾ। ਅਤੇ ਹੁਣ ਮੈਂ ਇਹਦੇ ਬਾਰੇ ਕੁਛ ਜ਼ਿਆਦਾ ਕੁਛ ਨਹੀਂ ਕਰ ਸਕਦਾ। ਦ ਬੈਸਟ ਆਈ ਕੈਨ ਡੂ ਇਜ਼ ਜੋ ਮੇਰਾ ਮਿਨੀਮਮ ਟਾਸਕ ਹੈਗਾ ਨਾ ਮੈਂ ਬਸ ਉਹ ਕਰ ਲਾਂ। ਮੈਂ ਜਿਸ ਦਿਨ ਤੁਹਾਡੇ ਲੋ ਡੇਜ਼ ਹੈਗੇ ਨੇ ਨਾ, ਜਿਸ ਦਿਨ ਤੁਹਾਨੂੰ ਪਤਾ ਕਿ ਅੱਜ ਪੜ੍ਹਨ ਦਾ ਮਨ ਨਹੀਂ ਆ, ਉਸ ਦਿਨ ਤੁਸੀਂ ਲੌਫਟੀ ਟਾਰਗੇਟਸ ਹੀ ਨਾ ਰੱਖੋ। ਜਦ ਆਪਾਂ ਲੌਫਟੀ ਟਾਰਗੇਟਸ ਰੱਖ ਲੈਂਦੇ ਹਾਂ ਨਾ ਆਪਣੇ ਲੋ ਡੇਜ਼ 'ਤੇ ਵੀ ਹਾਈ ਡੇਜ਼ 'ਤੇ ਵੀ, ਇਸ ਲਈ ਕਹਿੰਦੇ ਨੇ ਨਾ ਕਿ ਪਲੈਨਿੰਗ ਇਜ਼ ਇੰਡਿਸਪੈਂਸਿਬਲ ਬਟ ਪਲੈਨਸ ਆਰ ਯੂਜ਼ਲੈਸ। ਕਿਉਂਕਿ ਤੁਸੀਂ ਪਲੈਨਿੰਗ ਕਰਦੇ ਹੋ ਇਹ ਸੋਚ ਕੇ, ਜਦ ਤੁਸੀਂ ਆਪਣਾ ਟਾਈਮ ਟੇਬਲ ਬਣਾਉਂਦੇ ਹੋ ਕਿ ਮੈਂ ਡੇਲੀ 8 ਘੰਟੇ ਪੜ੍ਹੂੰਗਾ, 10 ਘੰਟੇ ਪੜ੍ਹੂੰਗਾ, ਪਰ ਜਦ ਤੁਸੀਂ ਐਕਚੁਅਲ ਪ੍ਰੈਪਰੇਸ਼ਨ ਮੋਡ ਵਿੱਚ ਜਾਂਦੇ ਹੋ ਹਰ 5-6 ਦਿਨ ਬਾਅਦ ਇੱਕ ਸਲੰਪ ਆ ਜਾਂਦਾ ਹੈਗਾ। ਅਤੇ ਇਹਨੂੰ ਰੈਕਗਨਾਈਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਕੰਸਿਸਟੈਂਸੀ ਮੇਨਟੇਨ ਕਰਨੀ ਬਹੁਤ ਹਾਂਜੀ, ਇੰਪੋਰਟੈਂਟ ਹੈ। ਕੰਸਿਸਟੈਂਸੀ ਮੇਨਟੇਨ ਕਰਨੀ ਬਹੁਤ ਇੰਪੋਰਟੈਂਟ ਹੈ। ਪਰ ਜੇ ਕੰਸਿਸਟੈਂਸੀ ਨਹੀਂ ਵੀ ਮੇਨਟੇਨ ਹੋ ਰਹੀ, 5-6 ਦਿਨ ਬਾਅਦ ਕੰਸਿਸਟੈਂਸੀ 'ਚ ਬ੍ਰੇਕ ਆ ਰਹੀ ਹੈ, ਤਾਂ ਡੋਂਟ ਗਿਵ ਯੋਰਸੈਲਫ ਅਨਨੈਸੈਸਰੀ ਗਿਲਟ। ਇਟ ਇਜ਼ ਵੈਰੀ ਨਾਰਮਲ। ਐਂਡ ਇਸ ਵਾਰੀ ਜੋ ਸਾਡੇ ਮੇਨਸ ਦੇ ਐਗਜ਼ਾਮੀਨੇਸ਼ਨ ਹੋਏ ਹੈ ਪੰਜਾਬ ਸਿਵਲ ਸਰਵਿਸ ਪ੍ਰੀਖਿਆ ਦੇ, ਜੀ ਮੈਮ। ਇਹਦੇ ਵਿੱਚ ਗੈਪ ਕਾਫੀ ਘੱਟ ਸੀਗਾ ਪ੍ਰੀਪਰੇਸ਼ਨ ਦੇ ਲਈ, ਸਪੈਸ਼ਲੀ ਮੈਮ। ਮੇਨਸ ਦੇ ਐਗਜ਼ਾਮੀਨੇਸ਼ਨ ਦੇ ਲਈ। ਤੇ ਤੁਸੀਂ ਉਸ ਗੈਪ ਦੇ ਵਿੱਚ ਸਾਰੀ ਪ੍ਰੀਪਰੇਸ਼ਨ ਆਪਣੀ ਕਿਵੇਂ ਕੀਤੀ, ਰਿਵੀਜ਼ਨ ਕਿਵੇਂ ਕੀਤੀ, ਕਿਵੇਂ ਹੈਂਡਲ ਕੀਤਾ ਸਭ? ਯੈਸ ਮੈਮ, ਬਹੁਤ ਜ਼ਿਆਦਾ ਅੱਛਾ ਸਵਾਲ ਤੁਸੀਂ ਪੁੱਛਿਆ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਮੈਂ ਉਰੇ ਦੱਸਣਾ ਚਾਹੂੰਗਾ ਬਾਕੀ ਐਸਪੀਰੈਂਟਸ ਨੂੰ ਕਿ ਮੈਂ UPSC ਦੀ ਵੀ ਤਿਆਰੀ ਕਰ ਰਿਹਾ ਸੀ ਅਤੇ ਮੈਂ ਡਿਸੰਬਰ ਜਨ ਵਿੱਚ UPSC ਦਾ ਮੇਨਸ ਦੇ ਕੇ ਆਇਆ ਸੀ। ਤਾਂ ਜਿਹੜੀ ਬਲਕ ਆਫ PCS ਦੀ ਸਿਲੇਬਸ ਤੁਸੀਂ ਦੇਖੋ ਤਾਂ 80% ਸਿਲੇਬਸ ਸੇਮ ਹੈ UPSC ਦੇ ਨਾਲ। ਸਿਰਫ ਸਟੈਟਸ, ਪੰਜਾਬ ਹਿਸਟਰੀ, ਪੰਜਾਬ ਇਕੋਨਮੀ ਅਤੇ ਪੰਜਾਬ ਜੋਗ੍ਰਾਫੀ ਅਲੱਗ ਨੇ। ਉਸ ਤੋਂ ਬਿਨਾਂ ਸਾਰਾ ਸਿਲੇਬਸ ਲਾਰਜਲੀ ਸੇਮ ਹੈਗਾ ਅਤੇ ਉਹਦੀ ਨੌਲੇਜ ਨੇ ਡੈਫੀਨੇਟਲੀ ਹੈਲਪ ਕੀਤਾ। ਉਸ ਤੋਂ ਬਾਅਦ ਵਿੱਚ ਮੈਂ ਕੀ ਕੀਤਾ, ਅਸੀਂ ਨਾ ਥੀਮਸ ਬਣਾ ਲਈਆਂ ਜੋ ਪਿਛਲੇ 1 ਸਾਲ ਥੀਮਸ ਨਿਊਜ਼ ਵਿੱਚ ਹੁੰਦੀਆਂ ਨੇ, ਕਿਉਂਕਿ ਸਾਰਾ ਸਿਲੇਬਸ ਰਿਵਾਈਜ਼ ਨਹੀਂ ਕੀਤਾ ਜਾ ਸਕਦਾ ਸੀ 28-29 ਡੇਜ਼ ਦੇ ਵਿੱਚ। ਅਤੇ ਆਈ ਆਲਸੋ ਐਜ਼ ਯੂ ਨੋ ਆਈ ਗੋਟ ਇਨਫੈਕਟਿਡ ਬਾਈ ਕੋਵਿਡ, ਸੋ 8-9 ਦਿਨ ਉੱਥੇ ਵੀ ਲੂਜ਼ ਹੋ ਗਏ। ਤਾਂ ਉਸ ਤੋਂ ਬਾਅਦ ਵਿੱਚ ਆਈ ਵਾਜ਼ ਇਫੈਕਟਿਵਲੀ ਲੈਫਟ ਵਿਦ ਆਈ ਥਿੰਕ ਅਰਾਊਂਡ 30-35 ਡੇਜ਼। ਤਾਂ ਮੈਂ ਉੱਥੇ ਇਹ ਸੋਚਿਆ ਕਿ ਸਾਰਾ ਤਾਂ ਹੁਣ ਨਹੀਂ ਹੋ ਸਕਦਾ। ਜਿਵੇਂ ਇਕੋਨਮੀ ਦੀ ਨਾ ਪਿਛਲੇ 1 ਸਾਲ ਦੀਆਂ ਥੀਮ ਸੀਗੀਆਂ 25 ਤੋਂ 30 ਥੀਮਸ, ਜਿਵੇਂ ਬੈਂਕਸ ਦੀ ਕੰਸੋਲੀਡੇਸ਼ਨ ਹੋ ਰਹੀ ਸੀ, ਮਰਜਰ ਹੋ ਰਿਹਾ ਸੀ, ਮੈਂ ਉਹ ਥੀਮ ਪ੍ਰੀਪੇਅਰ ਕਰ ਲਈ। ਆਤਮ ਨਿਰਭਰ ਭਾਰਤ ਅਭਿਆਨ ਸੀ, ਉਹ ਥੀਮ ਪ੍ਰੀਪੇਅਰ ਕਰ ਲਈ। 4 ਲੇਬਰ ਕੋਡਸ ਨਿਊਜ਼ ਵਿੱਚ ਸੀਗੇ, ਉਹ ਪ੍ਰੀਪੇਅਰ ਕਰ ਲਏ। ਪਾਵਰ ਸੈਕਟਰ ਦੇ ਨਾਲ ਇਸ਼ੂਜ਼ ਸੀਗੇ, ਉਹਨਾਂ ਦੇ ਰਿਨਿਊਏਬਲ ਪਰਚੇਜ਼ ਓਬਲੀਗੇਸ਼ਨਸ ਨਿਊਜ਼ ਵਿੱਚ ਸੀਗੇ, ਉਹ ਪ੍ਰੀਪੇਅਰ ਕਰ ਲਏ। ਇੱਦਾਂ ਕਰਕੇ ਨਾ ਮੈਂ ਸਾਲ ਦੀਆਂ ਜਿਹੜੀ 25 to 30 ਜਿਹਨਾਂ ਨੂੰ ਕਹਿੰਦੇ ਆਪਾਂ ਹੌਟ ਥੀਮਸ ਹਰ ਪੇਪਰ ਦੀਆਂ ਤਿਆਰ ਕਰ ਲਈਆਂ, GS 1, 2, 3, 4। ਅਤੇ ਜੇ ਤੁਸੀਂ ਦੇਖੋ PCS ਦਾ ਪੇਪਰ UPSC ਦਾ ਓਬਵੀਅਸਲੀ ਅਨਪ੍ਰੈਡਿਕਟੇਬਲ ਤਾਂ ਹੈ, ਪਰ UPSC ਦੇ ਕੰਪੈਰੀਜ਼ਨ 'ਚ ਥੋੜ੍ਹਾ ਜ਼ਿਆਦਾ ਪ੍ਰੈਡਿਕਟੇਬਲ ਹੈ, ਕਿਉਂਕਿ ਉਰੇ ਜੋ ਮੇਨ ਸਟਰੀਮ ਥੀਮਸ ਨੇ ਨਾ ਉਹ ਪੁੱਛ ਲੈਂਦੇ ਨੇ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਪੈਂਡੇਮਿਕ ਦੇ ਕਾਰਨ ਗਲੋਬਲ ਇਕੋਨਮੀ 'ਤੇ ਇੰਪੈਕਟ ਬਹੁਤ ਜ਼ਿਆਦਾ ਪਿਆ, ਤਾਂ ਇਹ ਐਕਸਪੈਕਟਿਡ ਕੁਐਸਚਨ ਸੀ ਅਤੇ ਆ ਵੀ ਗਿਆ। ਠੀਕ ਹੈ, ਉਸ ਤੋਂ ਬਾਅਦ 4 ਲੇਬਰ ਕੋਡਸ ਐਕਸਪੈਕਟਿਡ ਕੁਐਸਚਨ ਸੀ ਅਤੇ ਆ ਵੀ ਗਿਆ। ਤਾਂ ਐਕਸਪੈਕਟਿਡ ਥੀਮਸ ਨਾ ਛੱਡ ਕੇ ਜਾਓ। PCS ਲਈ ਫੰਡਾ ਇਹੀ ਹੈ। UPSC ਲਈ ਓਬਵੀਅਸਲੀ ਥੋੜ੍ਹੀ ਜਿਹੀ ਜ਼ਿਆਦਾ ਮੋਡਿਕਮ ਆਫ ਅਨਪ੍ਰੈਡਿਕਟੇਬਿਲਿਟੀ ਰਹਿੰਦੀ ਹੈ, ਅਤੇ ਉਹਦੇ ਲਈ ਤੁਹਾਨੂੰ ਉਨਾ ਹੀ ਜ਼ਿਆਦਾ ਕੰਪਰੀਹੈਂਸਿਵਲੀ ਪ੍ਰੀਪੇਅਰ ਕਰਨਾ ਪੈਂਦਾ, ਪਰ ਦੈਨ ਅਗੇਨ ਉੱਥੇ ਟਾਈਮ ਵੀ ਤੁਹਾਡੇ ਕੋਲ ਜ਼ਿਆਦਾ ਹੁੰਦਾ ਹੈਗਾ। ਤੇ ਫਿਰ ਸਟੈਟਿਕ ਏਰੀਆਜ਼ ਨੂੰ ਤੁਸੀਂ ਕਿਵੇਂ ਹੈਂਡਲ ਕੀਤਾ? ਇਹ ਤਾਂ ਆਪਾਂ ਕਰੰਟ ਅਫੇਅਰਸ ਦੀ ਗੱਲ ਕਰ ਲਈ। ਸਟੈਟਿਕ ਏਰੀਆਜ਼ ਦੇਖੋ, ਮਤਲਬ ਜਿਵੇਂ ਜਦ ਤੁਸੀਂ 3-4 ਸਾਲ ਤੋਂ ਪ੍ਰੈਪਰੇਸ਼ਨ ਕਰਦੇ ਹੋ UPSC ਦੀ, ਤਾਂ ਸਟੈਟਿਕ ਏਰੀਆਜ਼ ਜਿਵੇਂ ਹਿਸਟਰੀ, ਪੋਲਿਟੀ, ਐਨਵਾਇਰਮੈਂਟ, ਆਰਟ ਐਂਡ ਕਲਚਰ, ਇਹ ਸਭ ਆਪਣੇ ਆਪ ਤਿਆਰ ਹੋ ਜਾਂਦੇ ਨੇ ਤੁਹਾਡੇ ਪ੍ਰੀਲਿਮਸ, ਮੇਨਸ ਉਹ ਸਾਈਕਲ ਦੇ ਵਿੱਚ। ਠੀਕ ਹੈ, ਤਾਂ ਇਹਨਾਂ ਨੂੰ ਜ਼ਿਆਦਾ ਉਹ ਕਰਨ ਦੀ ਲੋੜ ਨਹੀਂ ਹੈਗੀ। ਆਪਣੇ ਵਿੱਚ ਪ੍ਰੋਬਲਮ ਮੈਂ ਤੁਹਾਨੂੰ ਦੱਸਦਾ, ਸਾਰੇ ਐਸਪੀਰੈਂਟਸ 'ਚ ਇੰਕਲੂਡਿੰਗ ਮਾਈ ਸੈਲਫ, ਆਪਣੇ ਸਾਰਿਆਂ 'ਚ ਪ੍ਰੋਬਲਮ ਇਹ ਹੈਗੀ, ਆਪਾਂ ਨੂੰ ਲੱਗਦਾ ਕਿ ਆਪਾਂ ਪਹਿਲਾਂ ਪੜ੍ਹ ਲੈਂਦੇ ਹਾਂ ਫਿਰ ਆਨਸਰ ਰਾਈਟਿੰਗ ਕਰਦੇ ਹਾਂ, ਪਰ ਆਪਾਂ ਨੂੰ ਐਕਚੁਅਲੀ ਜਦ ਤੁਸੀਂ 2-3 ਸਾਲ ਪ੍ਰੈਪਰੇਸ਼ਨ 'ਤੇ ਲਗਾ ਚੁੱਕੇ ਹੋ ਨਾ, ਤੁਹਾਨੂੰ ਇਹ ਸਮਝਣਾ ਚਾਹੀਦਾ ਕਿ ਹੁਣ ਤੁਹਾਡੇ ਕੋਲ ਰੈਜ਼ੀਡੂਅਲ ਨੌਲੇਜ ਬਹੁਤ ਜ਼ਿਆਦਾ ਹੈਗੀ ਹੈ, ਅਤੇ ਤੁਸੀਂ ਉਸ ਰੈਜ਼ੀਡੂਅਲ ਨੌਲੇਜ ਦਾ ਡਿਵੀਡੈਂਡ ਰੀਪ ਕਰੋ। ਤਾਂ ਤੁਸੀਂ ਆਨਸਰਸ ਲਿਖੋ, ਪ੍ਰੈਕਟਿਸ ਕਰੋ, ਵਿਚ ਇਜ਼ ਵਾਟ ਆਈ ਡਿਡ। ਐਕਚੁਅਲੀ ਆਈ ਡਿਡਨਟ ਰਾਈਟ ਅ ਲੋਟ ਆਨਸਰਸ, ਬਟ ਵਾਟ ਆਈ ਡਿਡ ਵਾਜ਼, ਜਿਵੇਂ ਪ੍ਰੀਵੀਅਸ ਈਅਰ ਸੋਲਵਡ ਕੁਐਸਚਨ ਪੇਪਰਸ ਹੁੰਦੇ ਨੇ ਨਾ, ਹਿਸਟਰੀ ਆਪਸ਼ਨਲ ਦੇ ਵੀ ਅਤੇ ਹਿਸਟਰੀ ਉਹਦੇ ਵੀ ਕੀ ਕਹਿੰਦੇ ਹੁੰਦੇ ਆ GS ਪਾਰਟ ਦੇ ਵੀ, ਉਹ ਦੇਖ ਲਏ, ਉਹਦੇ ਨਾਲ ਸਾਰਾ ਰਿਕਾਲ ਹੋਣ ਲੱਗ ਗਿਆ, ਸਾਰਾ ਰਿਵਾਈਜ਼ ਹੋ ਗਿਆ। ਉਸ ਤੋਂ ਬਿਨਾਂ ਸਪੈਕਟਰਮ ਦੀ ਜਿਹੜੀ ਬੁੱਕ ਹੈ, ਉਹਦੇ ਐਂਡ ਵਿੱਚ ਜਿਵੇਂ ਸਮਰੀ ਦਿੱਤੀ ਹੁੰਦੀ ਹੈ, ਹਰ ਚੈਪਟਰ ਦੇ ਐਂਡ ਵਿੱਚ ਫੁੱਟ ਨੋਟਸ ਦਿੱਤੇ ਹੁੰਦੇ ਨੇ ਨਾ, ਜਿਹਦੀ ਸਮਰੀ ਹੁੰਦੀ ਹੈ, ਫੁੱਟ ਨੋਟਸ ਨਹੀਂ ਸੌਰੀ ਸਮਰੀ ਨੋਟਸ ਹੁੰਦੇ ਨੇ ਜੋ, ਅਤੇ ਉਹ ਮੈਂ ਦੇਖ ਲਏ ਇੱਕ ਵਾਰ, ਕੁਇਕ ਗਲਿੰਪਸ ਕਰ ਲਈ, ਕਿਉਂਕਿ ਮੇਨਸ ਲਈ ਤੁਹਾਨੂੰ ਸਿਰਫ ਕੀਵਰਡਸ ਯਾਦ ਰੱਖਣੇ ਹੁੰਦੇ ਨੇ, ਬਾਕੀ ਸਾਰਾ ਤੁਸੀਂ ਉੱਥੇ ਐਗਜ਼ਾਮ ਵਿੱਚ ਬੈਠ ਕੇ ਵੀ ਸੋਚ ਸਕਦੇ ਹੋ। ਅਤੇ ਇੱਦਾਂ ਮੈਂ ਸਟੈਟਿਕ ਦੀ ਤਿਆਰੀ ਕੀਤੀ। ਉਸ ਤੋਂ ਬਿਨਾਂ ਇਸ ਵਾਰ ਦਾ ਪੇਪਰ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਵੀ ਕੰਸੀਡਰ ਕਰਦਾ। ਦੋ ਕਾਰਨ ਨੇ ਉਹਦੇ, ਕਿਉਂਕਿ ਇਸ ਵਾਰ ਦਾ ਪੇਪਰ ਜਿਹੜਾ ਸੀ ਉਹ ਸਟੈਟਿਕ ਘੱਟ ਸੀਗਾ, ਡਾਇਨਾਮਿਕ ਬਹੁਤ ਜ਼ਿਆਦਾ ਸੀਗਾ। ਅਤੇ ਦੂਸਰੀ ਗੱਲ, ਮੇਰਾ ਪ੍ਰੀਲਿਮਸ ਇਸ ਵਾਰ ਸਿਰਫ 0.5 ਮਾਰਕਸ ਤੋਂ ਕਲੀਅਰ ਹੋਇਆ, ਅਤੇ ਸ਼ਾਇਦ ਜੇ ਮੇਰਾ ਪ੍ਰੀਲਿਮਸ ਨਾ ਕਲੀਅਰ ਹੋਇਆ ਹੁੰਦਾ ਤਾਂ ਮੈਂ ਉਰੇ ਤੁਹਾਡੇ ਸਾਹਮਣੇ ਨਾ ਬੈਠਿਆ ਹੁੰਦਾ।
actually I am very humbled by the marks that I received in mains. ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ, ਮਤਲਬ ਕਾਫੀ ਅੱਛੇ ਮਾਰਕਸ ਮਿਲੇ, 772 ਇਜ਼ ਅ ਗੁੱਡ ਸਕੋਰ। ਪਰ ਮੈਂ ਹੁਣ ਬੈਨੀਫਿਟ ਆਫ ਦਾ ਹਾਈਂਡਸਾਈਟ ਨਾਲ ਦੇਖਦਾ ਕਿ ਜੇ ਮੇਰੇ ਬਣਾਏ ਹੋਏ ਥੀਮਸ ਜੋ ਮੈਂ ਪ੍ਰਿਪੇਅਰ ਕਰਕੇ ਗਿਆ ਸੀਗਾ GS 1, ਜਿਵੇਂ ਮੈਂ ਇਕੋਨਮੀ ਦੇ 20 ਥੀਮਸ ਤਿਆਰ ਕਰ ਲਏ, ਸਿਕਿਉਰਿਟੀ ਦੇ 15 ਥੀਮਸ ਤਿਆਰ ਕਰ ਲਏ, ਐਨਵਾਇਰਨਮੈਂਟ ਦੇ 15-20 ਥੀਮਸ ਤਿਆਰ ਕਰ ਲਏ ਜੋ ਪਿਛਲੇ 1 ਸਾਲ ਦੇ ਨਿਊਜ਼ ਵਿੱਚ ਸੀਗੇ, ਤੇ ਜੇ ਉਹਨਾਂ ਵਿੱਚੋਂ ਪੇਪਰ ਨਾ ਆਇਆ ਹੁੰਦਾ ਤਾਂ ਸ਼ਾਇਦ ਇੱਦਾਂ ਵੀ ਹੁੰਦਾ, ਬਿਕੋਜ਼ ਅਨਪ੍ਰੈਡਿਕਟੇਬਿਲਿਟੀ ਪਾਰਟ ਹੈਗਾ ਇਸ ਪੂਰੀ ਪ੍ਰੋਸੈਸ ਦਾ। ਐਂਡ ਯੈਸ, ਹੈਵਿੰਗ ਸੈਡ ਦੈਟ, ਯੈਸ ਆਈ ਡੂ ਕੰਗ੍ਰੈਚੁਲੇਟ ਮਾਈ ਸੈਲਫ, ਕਿਉਂਕਿ ਮੈਨੂੰ ਲੱਗਦਾ ਕਿ ਮੇਰੀ ਆਂਸਰ ਰਾਈਟਿੰਗ ਸਕਿੱਲਸ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸ਼ਾਰਪਨ ਹੋਈਆਂ ਨੇ ਓਵਰ ਦਾ ਲਾਸਟ 3-4 ਈਅਰਸ, ਤੇ ਉਹਨਾਂ ਨੇ ਮੈਨੂੰ ਹੈਲਪ ਜ਼ਰੂਰ ਕੀਤੀ ਹੈ ਇਸ ਪ੍ਰੋਸੈਸ ਵਿੱਚ। ਆਂਸਰ ਰਾਈਟਿੰਗ ਸਕਿੱਲਸ ਦੀ ਗੱਲ ਕਰੀਏ ਤਾਂ 3 ਆਵਰਸ ਦੇ ਵਿੱਚ ਪੇਪਰ ਕੰਪਲੀਟ ਕਰਨਾ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਔਖਾ ਕੰਮ ਰਹਿੰਦਾ ਹੈ, ਤੇ ਤੁਸੀਂ ਉਹ ਕਿਵੇਂ ਹੈਂਡਲ ਕੀਤਾ ਐਗਜ਼ਾਮ ਪ੍ਰੈਸ਼ਰ ਦੇ ਵਿੱਚ? ਓਕੇ ਮੈਮ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹੀ ਸਮਝਾਉਣਾ ਚਾਹੁੰਦਾ ਕਿ ਮੇਰੇ ਨਾਲ ਵੀ ਇਹ ਹੋਇਆ। ਮੇਰਾ PCS ਦਾ ਜਿਹੜਾ ਪਹਿਲਾ ਅਟੈਂਪਟ ਸੀਗਾ ਉਹਦੇ ਵਿੱਚ ਮੈਂ ਹਰ ਪੇਪਰ 'ਚ 2 ਤੋਂ 3 ਆਂਸਰ ਛੱਡ ਕੇ ਆਇਆ, ਅਤੇ ਇਹਦੇ ਕਾਰਨ ਮੈਨੂੰ ਇੰਟਰਵਿਊ ਕਾਲ ਨਹੀਂ ਆਈ। UPSC ਵਿੱਚ ਵੀ ਮੇਰੇ ਪਿਛਲੇ 2 ਮੇਨਸ ਵਿੱਚ ਮੈਂ ਪੇਪਰ ਨਹੀਂ ਪੂਰੇ ਕਰ ਪਾਇਆ ਤਾਂ ਮੈਨੂੰ ਇੰਟਰਵਿਊ ਕਾਲ ਨਹੀਂ ਆਈ। ਇਸ ਵਾਰ ਮੈਂ PCS ਵੇਲੇ ਸੋਚਿਆ ਸੀਗਾ ਕਿ ਆਪਣੇ ਨਾਲ ਇੱਕ ਪ੍ਰੋਬਲਮ ਹੁੰਦੀ ਹੈ, ਜਦ ਆਪਾਂ ਇੱਕ ਕੁਐਸਚਨ ਦੇਖ ਲੈਂਦੇ ਹਾਂ ਨਾ ਜੋ ਆਪਾਂ ਨੂੰ ਆਉਂਦਾ ਹੈਗਾ, ਤਾਂ ਵੀ ਸੌਰਟ ਆਫ ਗੈਟ ਇਮੋਸ਼ਨਲ ਕਿ ਹੁਣ ਜਿੰਨੀ ਵੀ ਇਨਫੋਰਮੇਸ਼ਨ ਹੈਗੀ ਆਪਾਂ ਸਾਰੀ ਇਹਦੇ ਵਿੱਚ ਪਾ ਦੇਣੀ ਹੈ, ਤੇ ਆਪਾਂ ਉਸ ਚੱਕਰ 'ਚ ਨਾ ਕੁਐਸਚਨ ਦੀ ਕੰਟੈਕਸਚੁਅਲ ਰੈਲੇਵੈਂਸ ਭੁੱਲ ਜਾਂਦੇ ਹਾਂ ਕਿ ਜੋ ਪੁੱਛਿਆ ਸਿਰਫ ਉਹੀ ਲਿਖਣਾ ਹੈਗਾ। ਤੇ ਜੇ ਤੁਸੀਂ ਇੱਕ ਕੁਐਸਚਨ ਤੇ ਔਨ ਐਨ ਐਵਰੇਜ 1-1.5 ਮਿੰਟ ਵੀ ਐਕਸਟਰਾ ਲਗਾ ਰਹੇ ਹੋ ਤਾਂ ਓਵਰ ਅ ਪੀਰੀਅਡ ਆਫ 20 ਕੁਐਸਚਨਸ ਤੁਸੀਂ 20 ਮਿੰਟਸ ਐਕਸਟਰਾ ਲਗਾ ਰਹੇ ਹੋ, ਤੇ ਉਹ 20 ਮਿੰਟਸ ਤੁਹਾਨੂੰ 2 ਕੁਐਸਚਨਸ ਲੂਜ਼ ਕਾਸਟ ਕਰਨਗੇ ਐਂਡ ਵਿੱਚ, ਤੇ ਉਹ 1-1.5 ਮਿੰਟ ਐਕਸਟਰਾ ਲਗਾ ਕੇ ਤੁਹਾਨੂੰ ਸ਼ਾਇਦ ਅੱਧਾ ਮਾਰਕਸ ਬਾਕੀ ਨਾਲੋਂ ਜ਼ਿਆਦਾ ਮਿਲੇ, ਪਰ ਪੂਰੀ ਪ੍ਰੋਸੈਸ ਤੁਸੀਂ 15 ਜਾਂ 20 ਮਾਰਕਸ ਖੋ ਰਹੇ ਹੋ। ਤਾਂ ਇਹ ਇੱਕ ਚੀਜ਼ ਸੀ ਜੋ ਇਸ ਵਾਰ ਮੈਂ ਰੈਕਗਨਾਈਜ਼ ਕੀਤੀ। ਮੈਂ ਬਹੁਤ ਜ਼ਿਆਦਾ ਵਧੀਆ ਆਂਸਰਸ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ, ਸਲਾਈਟਲੀ ਅਬਵ ਐਵਰੇਜ ਆਂਸਰਸ, ਪਰ ਵਿਦ ਡਿਊ ਫੋਕਸ ਔਨ ਕੰਪਲੀਟਿੰਗ ਦਾ ਪੇਪਰ, ਮੈਂ ਉੱਥੇ ਜ਼ਿਆਦਾ ਧਿਆਨ ਦਿੱਤਾ। ਪੇਪਰ ਕੰਪਲੀਸ਼ਨ ਇਜ਼ ਦਾ ਕੀ। ਯੈਸ, ਪੇਪਰ ਕੰਪਲੀਸ਼ਨ ਇਜ਼ ਦਾ ਕੀ। ਤੇ ਕੁਆਲਿਟੀ ਬਾਰੇ ਸ਼ੁਰੂ ਵਿੱਚ ਨਾ ਸੋਚੋ, ਕਿਉਂਕਿ ਜਿਵੇਂ ਜਿਵੇਂ ਤੁਸੀਂ ਬਾਏ ਐਂਡ ਬਾਏ ਪ੍ਰਿਪੇਅਰ ਕਰਦੇ ਹੋ ਕੁਆਲਿਟੀ ਆਪਣੇ ਆਪ ਆਂਸਰਸ ਵਿੱਚ ਆ ਜਾਂਦੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਤੁਸੀਂ ਇੱਕ ਅੱਛੇ ਕਾਲਜ ਤੋਂ ਬਿਲੋਂਗ ਕਰਦੇ ਹੋ ਤਾਂ ਹੀ ਸਿਰਫ ਤੁਸੀਂ ਇੱਕ ਇਸ ਸਿਵਲ ਸਰਵਿਸ ਪ੍ਰੀਖਿਆ ਦੀ ਤਿਆਰੀ ਕਰਨ ਦੇ ਬਾਰੇ ਸੋਚ ਸਕਦੇ ਹੋ? ਨਹੀਂ ਮੈਮ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੂੰਗਾ। ਜਿਹੜੇ ਆਪਣੇ ਰੈਂਕ 1 ਨੇ, ਮਿਸ ਉਪਿੰਦਰਜੀਤ ਕੌਰ ਬਰਾੜ, ਉਹ ਕਿਸੇ IIT ਤੋਂ ਨਹੀਂ ਹੈਗੇ, ਉਹ ਕਿਸੇ IIM ਤੋਂ ਨਹੀਂ ਹੈਗੇ, ਉਹ ਥਾਪਰ ਤੋਂ ਜਾਂ ਪੈਕ ਤੋਂ ਨਹੀਂ ਪੜ੍ਹੇ ਹੋਏ, ਉਹ ਕਿਸੇ NIT ਤੋਂ ਨਹੀਂ ਪੜ੍ਹੇ ਹੋਏ, ਪਰ ਉਹਨਾਂ ਨੇ ਤਾਂ ਵੀ ਆਲ ਇੰਡੀਆ ਪੰਜਾਬ ਰੈਂਕ 1 ਲਿਆਂਦਾ PCS ਵਿੱਚ। ਤਾਂ ਇਹ ਇੱਕ ਬਹੁਤ ਬੜਾ ਮਿਥ ਹੈਗਾ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਥਾਪਰ ਨੇ ਹੈਲਪ ਨਹੀਂ ਕੀਤਾ, ਓਬਵੀਅਸਲੀ ਦ ਕੁਆਲਿਟੀ ਆਫ ਐਕਸਪੋਜਰ, ਜਿਵੇਂ ਮੈਂ ਤੁਹਾਨੂੰ ਦੱਸਿਆ ਮਾਈ NGO ਡੇਜ਼ ਐਟ ਥਾਪਰ, ਲਿਬਰਲ ਐਟਮੋਸਫੇਅਰ ਜਿਹੜਾ ਉੱਥੇ ਸੀ, ਤੇ ਐਕਸਟ੍ਰੀਮਲੀ ਕੰਪੈਟੀਟਿਵ ਸਟੂਡੈਂਟਸ, ਉਹ ਤੁਹਾਨੂੰ ਗ੍ਰਿਲ ਡੈਫੀਨੇਟਲੀ ਕਰਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਤੁਹਾਨੂੰ ਇੱਕ ਡਿਸਾਈਸਿਵ ਐਜ ਦੇ ਦਿੰਦੇ ਨੇ, ਕਿਉਂਕਿ ਜੇ ਡਿਸਾਈਸਿਵ ਐਜ ਹੀ ਦੇਣਾ ਹੁੰਦਾ ਤਾਂ ਸਾਰੇ IITians ਜਾਂ IIM ਸਟੂਡੈਂਟਸ ਹੀ ਸਿਵਲ ਸਰਵਿਸਿਜ਼ ਵਿੱਚ ਟੌਪ ਕਰ ਰਹੇ ਹੁੰਦੇ। ਮਤਲਬ ਮੇਰਾ ਇੱਕ ਗੱਲ ਮੰਨੀ ਆ ਕਿ 2 ਤਰ੍ਹਾਂ ਦੇ ਇੰਪਰੂਵਮੈਂਟਸ ਹੁੰਦੀਆਂ ਨੇ। ਇੱਕ ਹੁੰਦੀ ਆ ਰੈਡੀਕਲ ਇੰਪਰੂਵਮੈਂਟ, ਜਿਹਨੂੰ ਮੈਂ ਕਹਿੰਦਾ ਹੈਗਾ ਹੌਪ ਐਂਡ ਜੰਪ ਇੰਪਰੂਵਮੈਂਟ ਕਰਵ। ਇੱਕ ਹੁੰਦੀ ਆ ਸਟੱਡੀ ਇੰਪਰੂਵਮੈਂਟ, ਜਿਹੜੇ ਸਮਾਲ ਸਟੈਪਸ ਵਿੱਚ ਹੁੰਦੀ ਆ। ਇਫ ਯੂ ਬਿਲੀਵ ਇਨ ਕੀ ਕਹਿੰਦੇ ਹੁੰਦੇ ਆ, ਸਟੱਡੀ ਇੰਪਰੂਵਮੈਂਟ, ਇੰਕਰੀਮੈਂਟਲ ਚੇਂਜ, ਯੈਸ। ਤੇ ਆਈ ਵੁੱਡ ਸੁਜੈਸਟ ਕਿ ਇੱਕ ਬਹੁਤ ਇੰਪੋਰਟੈਂਟ ਟੈਡ ਟਾਕ ਆ, ਸਾਰੇ ਐਸਪੀਰੈਂਟਸ ਨੂੰ ਮੈਂ ਕਹੂੰਗਾ, ਸਟੀਵਨ ਡੂਏਨੀਅਰ ਦੀ, ਪਲੀਜ਼ ਜ਼ਰੂਰ ਦੇਖਿਓ। ਆਈ ਵਿਲ ਆਸਕ them to share the link in the description। ਤੇ that inspired me a lot। ਮਤਲਬ ਮੈਂ ਜਦ ਵੀ ਡਾਊਨ ਐਂਡ ਆਊਟ ਹੁੰਦਾ ਮੈਂ ਉਹ ਵਾਲੀ ਟੈਡ ਟਾਕ ਦੇਖ ਲੈਂਦਾ, ਕਿਉਂਕਿ ਉਹ ਬੇਸਿਕਲੀ ਉਹ ਇੱਕ ਇਨਵੈਸਟਮੈਂਟ ਬੈਂਕਰ ਸੀਗੇ, ਉੱਥੋਂ ਉਹਨਾਂ ਨੇ ਉਹ ਸਭ ਹਰ ਹੈਬਿਟ ਤੇ ਬਿਲਡਅਪ ਕੀਤਾ, ਤੇ ਮੈਨੂੰ ਲੱਗਦਾ ਐਸਪੀਰੈਂਟ ਵੀ ਉੱਦਾਂ ਹੀ ਆ, ਆਪਾਂ ਕਰ ਸਕਦੇ ਹਾਂ। ਮੋਟੀਵੇਸ਼ਨ ਨੂੰ ਬਣਾਏ ਰੱਖਣਾ ਇਜ਼ ਇੰਪੋਰਟੈਂਟ। ਮੋਟੀਵੇਸ਼ਨ ਨੂੰ ਬਣਾਏ ਰੱਖਣਾ ਇੰਪੋਰਟੈਂਟ ਆ। ਤੇ ਬਹੁਤ ਲੋਕ ਇਹ ਕਹਿੰਦੇ ਨੇ, ਇੱਕ ਇਹ ਵੀ ਮਿਥ ਹੈਗਾ ਕਿ ਮੋਟੀਵੇਸ਼ਨ ਜਿਹੜੀ ਆ ਉਹ ਕਦੇ ਡਾਈ ਨਹੀਂ ਕਰਦੀ, ਜਾਂ ਇੰਸਪੀਰੇਸ਼ਨ ਜਿਹੜੀ ਹੁੰਦੀ ਆ ਉਹ ਫਾਇਰ ਇਨਸਾਈਡ ਹੁੰਦੀ ਆ। ਇਹ ਸਭ ਗੱਲਾਂ ਬੇਕਾਰ ਨੇ। ਜਿਹੜੀ ਮੋਟੀਵੇਸ਼ਨ ਆ ਉਹ ਇੱਕ ਬੈਟਰੀ ਦੀ ਤਰ੍ਹਾਂ ਹੈਗੀ ਆ, ਜਿਵੇਂ ਆਪਾਂ ਫੋਨ ਦੀ ਬੈਟਰੀ ਚਾਰਜ ਕਰਦੇ ਹਾਂ, ਉਹ ਕੁਝ ਟਾਈਮ ਬਾਅਦ ਡਿਪਲੀਟ ਕਰ ਜਾਂਦੀ ਆ, ਉਸੇ ਤਰ੍ਹਾਂ ਮੋਟੀਵੇਸ਼ਨ ਆ, ਕੁਝ ਟਾਈਮ ਬਾਅਦ ਮੋਟੀਵੇਸ਼ਨ ਵੀ ਡਿਪਲੀਟ ਕਰਦੀ ਆ। ਤੇ ਤੁਹਾਨੂੰ ਇਸ ਕੇਸ ਦੇ ਵਿੱਚ ਤੁਹਾਡੇ ਫੈਮਿਲੀ, ਤੁਹਾਡੇ ਫਰੈਂਡਸ, ਉਹ ਸਭ ਲੋਕ ਸਪੋਰਟ ਕਰਦੇ ਨੇ, ਮੋਟੀਵੇਟ ਕਰਦੇ ਨੇ, ਤੁਸੀਂ ਆਪ ਆਪਣੇ ਆਪ ਨੂੰ ਪੁਸ਼ ਕਰਦੇ ਹੋ, ਫਿਰ ਤੁਸੀਂ ਰਿਅਲਾਈਜ਼ ਕਰਦੇ ਹੋ ਕਿ ਯੈਸ ਮੋਟੀਵੇਸ਼ਨ ਡੈਫਿਸਿਟ ਆ ਜਾਂਦੀ ਹੈ। ਤੇ ਇਹ ਤੋਂ ਘਬਰਾਉਣਾ ਨਹੀਂ ਹੈਗਾ ਬਿਲਕੁਲ ਵੀ, ਇਟ ਇਜ਼ ਕਾਮਨ ਥਿੰਗ, ਮਤਲਬ ਮੇਰਾ ਇਹ ਕਹਿਣਾ ਹੈ। So Sachin, what were your resources while you were preparing for this? That ਸਾਨੂੰ ਸਾਰਿਆਂ ਨੂੰ ਪਤਾ ਤਾਂ ਹੁੰਦਾ ਕਿ ਅਸੀਂ ਇਹ ਬੁੱਕਸ ਪੜ੍ਹਨੀ ਹੈ ਤੇ ਇਹ ਵਾਲੇ ਸੋਰਸ ਫੋਲੋ ਕਰਨੇ ਹੈ, ਬਟ ਤੁਸੀਂ ਉਹਨੂੰ ਇੱਕ ਤਰੀਕੇ ਨਾਲ ਆਪਣਾ ਸੌਰਟ ਆਊਟ ਕਿਵੇਂ ਕੀਤਾ ਉਸ ਚੀਜ਼ ਨੂੰ? ਮੈਮ ਤੁਸੀਂ ਬਹੁਤ ਜ਼ਿਆਦਾ ਇੱਕ ਅੱਛਾ ਕੁਐਸਚਨ ਪੁੱਛਿਆ, ਕਿਉਂਕਿ ਇਹ ਇੱਕ ਇਹੋ ਜਿਹਾ ਐਗਜ਼ਾਮ ਹੈ ਜਿਹਦੇ ਵਿੱਚ ਡੈਫਿਸਿਟ ਆਫ
ਰਿਸੋਰਸਿਸ ਪ੍ਰੋਬਲਮ ਨਹੀਂ ਹੈਗੀ, ਐਕਸੈਸ ਆਫ ਰਿਸੋਰਸਿਸ ਪ੍ਰੋਬਲਮ ਹੈਗੀ। ਫॉर एग्जांपल ਜੇ ਤੁਸੀਂ ਪੋਲਿਟੀ ਦੀ ਗੱਲ ਕਰੋ, ਪੋਲਿਟੀ ਲਈ ਦੇਰ ਇਜ਼ ਲਕਸ਼ਮੀਕਾਂਤ, ਡੀ ਬਾਸੂ, ਸੁਭਾਸ਼ ਕਸ਼ਯਪ, ਠੀਕ ਹੈ। 3 ਆਪਸ਼ਨਸ ਇਕੱਲੇ ਉਹੀ ਹੈਗੇ ਨੇ ਜੋ ਮੈਨੂੰ ਯਾਦ ਨੇ ਤੇ ਜੋ ਬਹੁਤ ਫੇਮਸ ਨੇ। ਉਸ ਤੋਂ ਬਿਨਾਂ ਪਤਾ ਹੀ ਨਹੀਂ ਕਿੰਨੇ ਹੋਰ ਆਪਸ਼ਨਸ ਨੇ। ਤੇ ਇਹ ਸਭ ਚੀਜ਼ਾਂ ਐਸਪੀਰੈਂਟਸ ਨੂੰ ਆਪਨ ਕਨਫਿਊਜ਼ ਕਰ ਦਿੰਦੀਆਂ ਨੇ। ਮੈਂ ਉਰੇ ਇੱਕ ਗੱਲ ਬਹੁਤ ਜ਼ਿਆਦਾ ਫਰੈਂਕਲੀ ਕਹਿਣਾ ਚਾਹੂੰਗਾ, ਪਲੀਜ਼ ਅਵੋਇਡ ਬਲਕੀ ਬੁੱਕਸ ਡਿਊਰਿੰਗ ਯਰ ਪ੍ਰੈਪਰੇਸ਼ਨ। ਮੈਂ ਬਹੁਤ ਐਸਪੀਰੈਂਟਸ ਨੂੰ ਦੇਖਦਾ ਕਿ ਜਿਵੇਂ ਪੋਸਟ ਇੰਡੀਪੈਂਡੈਂਸ ਹਿਸਟਰੀ ਉੱਤੇ ਇੱਕ ਸਵਾਲ ਆਉਣਾ ਹੁੰਦਾ ਤੇ ਉਹਦੀ ਵੀ ਕੋਈ ਗਾਰੰਟੀ ਨਹੀਂ, ਪਰ ਉਹਦੇ ਲਈ ਐਸਪੀਰੈਂਟਸ ਪੜ੍ਹਦੇ ਨੇ ਇੰਡੀਆ ਆਫਟਰ ਗਾਂਧੀ ਬਾਏ ਰਾਮਚੰਦਰ ਗੁਹਾ। ਦੇਰ ਇਜ਼ ਨੋ ਡਾਊਟ ਕਿ ਇਟ ਇਜ਼ ਅ ਵੈਰੀ ਗੁੱਡ ਬੁੱਕ ਦੈਟ ਗਿਵਸ ਯੂ ਵੈਰੀ ਗੁੱਡ ਇਨਸਾਈਟਸ। ਪਰ ਗੱਲ ਇਹ ਹੈਗੀ ਆ ਕਿ ਤੁਸੀਂ ਇੰਨੇ ਘੱਟ ਟਾਈਮ ਦੇ ਵਿੱਚ ਇੰਨੀ ਬਲਕੀ ਬੁੱਕ ਪੜ੍ਹ ਕੇ ਉਹਨੂੰ ਸਮਰਾਈਜ਼ ਨਹੀਂ ਕਰ ਸਕਦੇ। ਫॉर एग्जांपल फॉर पोस्ट इंडिपेंडेंस आई यूज्ड स्नेहा बंसल ਤੇ स्नेहिल त्रिपाठी ਦੀ ਇੱਕ ਪਤਲੀ ਜਿਹੀ ਬੁੱਕ ਆਉਂਦੀ ਹੈ TMH ਦੀ, ਦੈਟ ਇਜ਼ ਮੋਰ ਦੈਨ ਇਨਫ। ਉਸੇ ਤਰ੍ਹਾਂ ਪੋਲਿਟੀ ਲਈ ਬਹੁਤ ਬੱਚੇ ਕਹਿੰਦੇ ਨੇ ਕਿ ਯਾਰ ਲਕਸ਼ਮੀਕਾਂਤ ਕਾਫੀ ਨਹੀਂ ਹੈਗੀ, ਮੇਨਸ ਦੇ ਲਈ ਕੁਛ ਹੋਰ ਪੜ੍ਹ ਲੈਂਦੇ ਹਾਂ, ਮੇਨਸ ਲਈ ਡੀ ਬਾਸੂ ਪੜ੍ਹਦੇ ਹਾਂ, ਸੁਭਾਸ਼ ਕਸ਼ਯਪ ਪੜ੍ਹਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਕੋਲ ਟਾਈਮ ਇੰਨਾ ਲਿਮਿਟਿਡ ਹੁੰਦਾ ਹੈਗਾ, ਪ੍ਰੀ ਤੋਂ ਬਾਅਦ ਮੇਨਸ ਆ ਜਾਂਦਾ, ਮੇਨਸ ਤੋਂ ਬਾਅਦ ਇੰਟਰਵਿਊ ਆਉਂਦਾ, ਕਿ ਯੂ ਵਿਲ ਨਾਟ ਹੈਵ ਟਾਈਮ ਟੂ ਕੰਸੋਲੀਡੇਟ ਵਾਟ ਯੂ ਹੈਵ ਰੈਡ। ਜੇ ਤੁਸੀਂ ਉਹ ਪੜ੍ਹ ਵੀ ਲਿਆ, ਜੇ ਉਹਨੂੰ ਕੰਸੋਲੀਡੇਟ ਨਹੀਂ ਕੀਤਾ, ਇਟ ਇਜ਼ ਐਜ਼ ਗੁੱਡ ਐਜ਼ ਨਥਿੰਗ। ਤਾਂ ਲਿਮਿਟਿਡ ਰਿਸੋਰਸਿਸ ਹੋਣੇ ਬਹੁਤ ਜ਼ਰੂਰੀ ਨੇ। ਮੈਂ ਇੰਸਟੀਟਿਊਟ ਦੇ ਨਾਲ ਆਪਣੀ ਰਿਸੋਰਸ ਲਿਸਟ ਸ਼ੇਅਰ ਕਰ ਦੂੰਗਾ ਅਤੇ ਦੇ ਵਿਲ ਪੁੱਟ ਇਟ ਇਨ ਦਾ ਡਿਸਕ੍ਰਿਪਸ਼ਨ ਲਿੰਕ ਬਿਲੋ। ਉਸ ਤੋਂ ਇਲਾਵਾ ਕੁਛ ਬਲਕੀ ਬੁੱਕਸ ਨੇ ਜੋ ਤੁਸੀਂ ਅਵੋਇਡ ਕਰੋ ਤਾਂ ਹੀ ਵਧੀਆ ਹੈਗਾ। ਜਿਵੇਂ ਮੈਂ ਬਹੁਤ ਕੈਂਡੀਡੇਟਸ ਦੇਖਿਆ ਕਿ ਉਹ ਫੋਰਨ ਪੋਲਿਸੀ ਦੇ ਲਈ ਡੇਵਿਡ ਮੈਲੋਨ ਦੀ ਡਸ ਦੀ ਐਲੀਫੈਂਟ ਡਾਂਸ ਪੜ੍ਹਦੇ ਨੇ। ਮੈਂ ਵੀ 1-2 ਚੈਪਟਰਸ ਉਹਦੇ ਪੜ੍ਹੇ ਨੇ, ਪਰ ਫਰੈਂਕਲੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆਪਾਂ ਸਕਾਲਰ ਨਹੀਂ ਬਣਨਾ, ਆਪਾਂ ਆਫਿਸਰ ਬਣਨਾ ਹੈਗਾ। ਅਤੇ ਉਹਦੇ ਲਈ ਜੇ ਆਪਾਂ ਲਿਮਿਟਿਡ ਰਿਸੋਰਸਿਸ ਤੇ ਮੈਕਸਿਮਮ ਰਿਵੀਜ਼ਨ ਵਾਲੇ ਫਾਰਮੂਲਾ ਤੇ ਸਟਿਕ ਕਰਾਂਗੇ, ਉਹ ਆਪਣੇ ਲਈ ਜ਼ਿਆਦਾ ਬੈਟਰ ਹੋਊਗਾ। ਰਿਵੀਜ਼ਨ ਇਜ਼ ਵੈਰੀ ਇੰਪੋਰਟੈਂਟ, ਰਾਈਟ? ਸੋ ਹਾਊ ਡੂ ਵੀ ਪ੍ਰੀਪੇਅਰ ਫॉर द ਕਰੰਟ ਅਫੇਅਰਸ? ਅਸੀਂ ਕਰੰਟ ਅਫੇਅਰਸ ਦੀ ਤਿਆਰੀ ਕਿੱਦਾਂ ਕਰ ਸਕਦੇ? ਇੰਨੇ ਸਾਰੇ ਸੋਰਸਿਸ ਹੁੰਦੇ ਆ, ਇੰਨੇ ਸਾਰੇ ਕਰੰਟ ਅਫੇਅਰਸ ਹੁੰਦੇ ਆ, ਤੇ ਬੱਚੇ ਇੱਕ ਤਰੀਕੇ ਨਾਲ ਸਾਡੇ ਮਨ ਵਿੱਚ ਡਰ ਹੁੰਦਾ ਉਸ ਚੀਜ਼ ਨੂੰ ਲੈ ਕੇ। ਮੈਮ ਇਹ ਕਰੰਟ ਅਫੇਅਰਸ ਕਹਿੰਦੇ ਨੇ ਨਾ ਕਿ ਕਰੰਟ ਅਫੇਅਰਸ ਤੇ UPSC ਐਸਪੀਰੈਂਟਸ ਦਾ ਜਿੰਨਾ ਪਿਆਰ ਹੈ ਉਨੀ ਮੁਹੱਬਤ ਉਨੀ ਹੇਟਰਡ ਹੈ। ਤੇ ਇਹ ਜੈਨੂਇਨਲੀ ਇਹ ਟਰੂ ਗੱਲ ਹੈਗੀ ਹੈ, ਕਿਉਂਕਿ ਬਹੁਤ ਜ਼ਿਆਦਾ ਐਕਸੈਸ ਰਿਸੋਰਸਿਸ ਨੇ ਅਤੇ ਪੇਪਰ ਦੀ ਹੁਣ ਨੇਚਰ ਬਹੁਤ ਜ਼ਿਆਦਾ ਡਾਇਨਾਮਿਕ ਹੋ ਚੁੱਕੀ ਹੈ। ਤਾਂ ਚਾਹੇ ਉਹ UPSC ਹੋਵੇ, ਚਾਹੇ PCS ਹੋਵੇ, ਮੈਂ ਤੁਹਾਨੂੰ ਸੁਜੈਸਟ ਕਰੂੰਗਾ, ਬੱਚੇ ਮੈਂ ਦੇਖੇ ਯੂਜੂਅਲੀ ਜਾਂ ਤਾਂ ਬਹੁਤ ਜ਼ਿਆਦਾ ਐਕਸੈਸ ਆਫ ਉਹ ਕਰ ਲੈਂਦੇ ਨੇ ਜਾਂ ਕੁਛ ਕਰਦੇ ਹੀ ਨਹੀਂ, ਸਿਰਫ ਸਾਲ ਦੇ ਐਂਡ ਵਾਲੀ ਕੰਪਾਈਲੇਸ਼ਨਸ 'ਤੇ ਰਿਲਾਈ ਕਰਦੇ ਨੇ। ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਗਲਤ ਨੇ ਮੇਰੇ ਮੁਤਾਬਿਕ। ਜਿਵੇਂ ਨਿਊਜ਼ਪੇਪਰ ਹੈਗਾ, ਸਾਰੇ ਲੋਕ ਕਹਿੰਦੇ ਨੇ ਕਿ ਨਿਊਜ਼ਪੇਪਰ ਰਿਲੀਜੀਅਸਲੀ ਪੜ੍ਹੋ। ਆਈ ਵੁੱਡ ਲਾਈਕ ਟੂ ਐਡਮਿਟ ਹੇਅਰ ਕਿ ਮੈਂ ਰਿਲੀਜੀਅਸਲੀ ਨਿਊਜ਼ਪੇਪਰ ਨਹੀਂ ਪੜ੍ਹਿਆ। ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਮੈਂ ਫੋਲੋ ਕਰ ਸਕਾਂ, ਪਰ ਹਰ 5-6 ਦਿਨ ਬਾਅਦ 3-4 ਦਿਨ ਦਾ ਗੈਪ ਆ ਜਾਂਦਾ ਸੀ। ਫਿਰ ਜਦ 5ਵੇਂ ਦਿਨ 6ਵੇਂ ਦਿਨ ਚੱਕਦਾ ਸੀ, ਫਿਰ ਉਸ ਦਿਨ ਦਾ ਪੇਪਰ ਹੁੰਦਾ ਸੀ ਅਤੇ 4 ਦਿਨ ਦਾ ਪੁਰਾਣਾ ਪੇਪਰ ਹੁੰਦਾ ਸੀ, ਇਕੱਠਾ ਹੋ ਜਾਂਦਾ ਸੀ ਕਾਫੀ। ਹਾਂਜੀ, ਅਤੇ ਉਹਨੂੰ ਸਭ ਨੂੰ ਕੰਸੋਲੀਡੇਟ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਫਿਰ ਵੀ ਜੇ ਤੁਸੀਂ ਕੰਸਿਸਟੈਂਟ ਹੈਗੇ ਹੋ ਤਾਂ ਮੈਂ ਤੁਹਾਨੂੰ ਕਹੂੰਗਾ, ਜੋ ਇੱਕ ਨਿਊਜ਼ਪੇਪਰ ਜੋ ਮੈਨੂੰ ਲੱਗਦਾ ਜੋ ਕਿ ਨਾ ਬਹੁਤ ਜ਼ਿਆਦਾ ਲੈਫਟ ਲੀਨਿੰਗ ਆ, ਨਾ ਹੀ ਬਹੁਤ ਜ਼ਿਆਦਾ ਰਾਈਟ ਲੀਨਿੰਗ ਆ, ਟੋਟਲੀ ਸੈਂਟਰਿਸਟ ਆ, ਇਟ ਇਜ਼ ਇੰਡੀਅਨ ਐਕਸਪ੍ਰੈਸ। ਇੰਡੀਅਨ ਐਕਸਪ੍ਰੈਸ ਦੇ 3 ਪੇਜਸ ਤੁਸੀਂ ਪੜ੍ਹ ਸਕਦੇ ਹੋ, ਇੱਕ ਐਕਸਪਲੇਨਡ, ਇੱਕ ਐਡੀਟੋਰੀਅਲ ਅਤੇ ਇੱਕ ਐਡੀਟੋਰੀਅਲ ਦੇ ਆਪੋਜ਼ਿਟ ਵਾਲਾ। ਉਹਨਾਂ ਦੇ ਵਿੱਚ ਕੁਛ ਬਹੁਤ ਅੱਛੇ ਕਾਲਮਨਿਸਟ ਲਿਖਦੇ ਨੇ, ਜਿਵੇਂ ਪੁਸ਼ਪੇਸ਼ ਪੰਥ ਹੋ ਗਏ, ਸੀ ਰਾਜਾ ਮੋਹਨ ਹੋ ਗਏ ਇੰਟਰਨੈਸ਼ਨਲ ਰਿਲੇਸ਼ਨਸ ਦੇ, ਉਹ ਤੁਸੀਂ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਆਈ ਥਿੰਕ ਜੇ ਤੁਸੀਂ ਨਿਊਜ਼ਪੇਪਰ ਦੇ ਬਜਾਏ ਜਿਹੜੀ ਮੰਥ ਦੇ ਐਂਡ 'ਚ ਕੰਪਾਈਲੇਸ਼ਨਸ ਆਉਂਦੀਆਂ ਨੇ, ਉਹ ਜੇ ਤੁਸੀਂ ਕਰੋਗੇ ਤਾਂ ਉਹ ਜ਼ਿਆਦਾ ਬੈਟਰ ਹੈ, ਉਹ ਜ਼ਿਆਦਾ ਸਟਰਕਚਰਡ ਤਿਆਰੀ ਹੈਗੀ ਆ। ਕਿਉਂਕਿ ਜੇ ਤੁਸੀਂ ਨਿਊਜ਼ਪੇਪਰ 'ਚ ਆਪ ਨੋਟਸ ਬਣਾਓਗੇ, ਪੜ੍ਹੋਗੇ, ਨੋਟਸ ਬਣਾਓਗੇ, 2 ਘੰਟੇ ਲੱਗ ਜਾਣਗੇ। 30 ਦਿਨਾਂ 'ਤੇ 60 ਡੇਜ਼ ਹੋ ਗਏ, ਰਾਈਟ? 60 ਡੇਜ਼ 60 ਆਵਰਸ ਹੋ ਗਏ ਨੋਟਸ ਬਣਾਉਂਦੇ, 30 × 2 60 ਆਵਰਸ ਨੋਟਸ ਬਣਾਉਂਦੇ ਹੋ ਗਏ। ਅਤੇ ਜੇ ਤੁਸੀਂ 60 ਆਵਰਸ ਨੋਟਸ ਬਣਾਓਗੇ ਤਾਂ ਤੁਸੀਂ ਸਾਲ ਵਿੱਚ ਆਪਣੇ ਕਿਊਮੂਲੇਟਿਵਲੀ ਦੇਖ ਲਓ 720 ਘੰਟੇ ਤੁਸੀਂ ਸਿਰਫ ਨਿਊਜ਼ਪੇਪਰ ਨੋਟਸ ਦੇ ਉੱਤੇ ਵੇਸਟ ਕਰਦੇ। ਅਤੇ ਉਹਦੇ ਬਜਾਏ ਬੈਟਰ ਇਹ ਹੋਊਗਾ ਤੁਸੀਂ ਇੱਕ ਮੰਥਲੀ ਮੈਗਜ਼ੀਨ ਪੜ੍ਹ ਲਓ। ਉਸ ਤੋਂ ਇਲਾਵਾ ਆਪਣੇ ਲਈ ਤੁਸੀਂ ਸਿਰਫ ਨਿਊਜ਼ਪੇਪਰ ਦੇ ਐਡੀਟੋਰੀਅਲ ਜਾਂ ਆਪੋਜ਼ਿਟ ਐਡੀਟੋਰੀਅਲ ਪੇਜ ਦੇ ਨੋਟਸ ਬਣਾ ਸਕਦੇ ਹੋ। ਉਸ ਤੋਂ ਜ਼ਿਆਦਾ ਨੋਟਸ ਬਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਦੂਸਰੀ ਗੱਲ, ਨਿਊਜ਼ਪੇਪਰ ਦੇ ਵਿੱਚ ਮੈਂ ਦੇਖਿਆ ਬਹੁਤ ਬੱਚੇ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਲੈ ਕੇ ਬਹੁਤ ਜ਼ਿਆਦਾ ਪਜ਼ਲਡ ਹੁੰਦੇ ਨੇ, ਕਿਉਂਕਿ ਇਹਦੀ ਨਾ ਬਹੁਤ ਜ਼ਿਆਦਾ ਸਲੋ ਹੁੰਦੀ ਆ ਅਕਰੈਂਸ, ਮਤਲਬ ਜਿਹੜਾ ਚੇਨ ਆਫ ਈਵੈਂਟਸ ਆ ਉਹ ਬਹੁਤ ਜ਼ਿਆਦਾ ਸਲੋ ਹੁੰਦਾ ਇੰਟਰਨੈਸ਼ਨਲ ਰਿਲੇਸ਼ਨਸ ਦਾ। ਅਤੇ ਮੈਂ ਜੋ ਦੇਖਿਆ ਹੈਗਾ ਕਿ ਜਿਵੇਂ ਵੀਕ ਦੇ ਐਂਡ ਵਿੱਚ ਤੁਸੀਂ ਇੰਟਰਨੈਸ਼ਨਲ ਰਿਲੇਸ਼ਨਸ ਦੀ ਕੋਈ ਇੱਕ ਵੈਬਸਾਈਟ ਆ, ਜਿਵੇਂ IDSA.in ਆ, ITSA.in ਆ, ਜਾਂ ਤਾਂ ਉਹ ਦੇਖ ਲਓ, ਜਾਂ ਫਿਰ ਇੱਕ ਪ੍ਰੋਫੈਸਰ ਨੇ ਪੁਸ਼ਪੇਸ਼ ਪੰਥ, ਉਹ ਇੰਟਰਨੈਸ਼ਨਲ ਇਸ਼ੂਜ਼ ਦਿਸ ਵੀਕ ਕਰਕੇ ਵੀਕ 'ਚ ਇੱਕ ਵੀਡੀਓ ਪਾਉਂਦੇ ਨੇ 30-35 ਮਿੰਟਸ ਦੀ, ਅਤੇ ਉਹਦੇ ਵਿੱਚ ਉਹਨਾਂ ਨੇ ਉਹ ਸਾਰਾ ਐਕਸਪਲੇਨ ਕੀਤਾ ਹੁੰਦਾ ਹੈਗਾ, ਐਂਡ ਦੈਟ ਇਜ਼ ਆਲ ਯੂ ਨੀਡ।
ਫॉर द ਇੰਟਰਨੈਸ਼ਨਲ ਅਫੇਅਰਸ ਫॉर ਇੰਟਰਨੈਸ਼ਨਲ ਅਫੇਅਰਸ। ਉਸੇ ਤਰ੍ਹਾਂ ਗਵਰਨਮੈਂਟ ਸਕੀਮਸ ਦੇ ਲਈ ਆਪਾਂ ਸਾਰਾ ਕੁਝ ਸਕੈਵੈਂਜ ਕਰਦੇ ਰਹਿੰਦੇ ਹਾਂ ਮਟੀਰੀਅਲ। ਜਸਟ ਸਾਲ ਦੇ ਵਿੱਚ ਇੱਕ ਕੰਪਾਈਲੇਸ਼ਨ ਆਉਂਦੀ ਆ, ਆਈ ਥਿੰਕ ਵਿਜ਼ਨ ਦੀ, ਇਨਸਾਈਟਸ ਦੀ, IAS ਪਾਰਲੀਮੈਂਟ ਦੀ, ਐਂਡ ਆਈ ਐਮ ਸ਼ੋਰ ਲਾਂਚਪੈਡ ਦੀ ਵੀ ਇੱਕ ਗਵਰਨਮੈਂਟ ਸਕੀਮਸ ਦੀ ਪਲੇਲਿਸਟ ਹੈਗੀ ਆ, ਤੁਸੀਂ ਉਹ ਦੇਖ ਲਓ ਤੇ ਦੈਟ ਵਿਲ ਬੀ ਮੋਰ ਦੈਨ ਇਨਫ। ਸਪੈਸ਼ਲੀ ਨਿਊਜ਼ਪੇਪਰ 'ਚੋਂ ਸਕੈਵੈਂਜ ਕਰਨ ਦੀ ਲੋੜ ਨਹੀਂ ਹੈਗੀ, ਪਹਿਲੀ ਗੱਲ। ਤੇ ਦੂਸਰੀ ਗੱਲ, ਮੰਥਲੀ ਮੈਗਜ਼ੀਨਸ ਦਾ ਬਾਰ-ਬਾਰ ਰਿਵੀਜ਼ਨ ਕਰੋ, ਦੈਟ ਸ਼ੁੱਡ ਫਾਰਮ ਦਾ ਕੋਰ ਆਫ ਯਰ ਪ੍ਰੈਪਰੇਸ਼ਨ। ਸਿਰਫ ਪੜ੍ਹਨਾ ਹੀ ਕਾਫੀ ਨਹੀਂ, ਬਟ ਉਸ ਨੂੰ ਆਪਾਂ ਪ੍ਰੈਕਟਿਸ ਵੀ ਲੈ ਕੇ ਆਉਣਾ, ਪ੍ਰੈਕਟਿਸ ਵਿੱਚ ਵੀ ਲੈ ਕੇ ਆਉਣਾ। ਆਨਸਰ ਰਾਈਟਿੰਗ ਕਰੋ। ਆਨਸਰ ਰਾਈਟਿੰਗ ਲਈ ਦੇਰ ਆਰ 2 ਗੁੱਡ ਇਨੀਸ਼ੀਏਟਿਵਸ। ਇੱਕ ਸਿਕਿਉਰ ਹੈ ਇਨਸਾਈਟਸ ਦਾ, ਜਿਹੜੇ ਡੇਲੀ ਕੁਐਸਚਨਸ ਪਾਉਂਦੇ ਨੇ। ਉਸ ਤੋਂ ਬਿਨਾਂ ਪ੍ਰੀਵੀਅਸ ਈਅਰਸ ਕੁਐਸਚਨ ਸਟੈਟਿਕ ਪਾਰਟ ਲਈ, ਜਿਵੇਂ ਹਿਸਟਰੀ, ਪੋਲਿਟੀ, ਜੀਓਗ੍ਰਾਫੀ ਲਈ, ਉਹ ਬਹੁਤ ਜ਼ਿਆਦਾ ਅੱਛੇ ਹੈਗੇ ਨੇ। ਆਈ ਥਿੰਕ that would suffice for current affairs. ਇਸ ਤੋਂ ਜ਼ਿਆਦਾ please don't give yourself more headache about current affairs. Sachin, how to write a good answer according to you? ਕਿਸ ਤਰੀਕੇ ਨਾਲ ਉਸ ਆਨਸਰ ਨੂੰ ਸਟਰਕਚਰ ਕਰ ਸਕਦੇ ਹਾਂ, ਕੀ ਪੈਟਰਨ ਰਹਿਣਾ ਚਾਹੀਦਾ ਉਸ ਚੀਜ਼ ਦਾ? ਓਕੇ ਮੈਮ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਬਹੁਤ ਜ਼ਿਆਦਾ ਪੈਰੀਨੀਅਲ ਡਾਊਟ ਰਹਿੰਦਾ ਸਟੂਡੈਂਟਸ ਦੇ ਮਾਈਂਡ 'ਚ ਕਿ ਪੈਰਾਗ੍ਰਾਫਸ ਲਿਖੀਏ ਜਾਂ ਪੁਆਇੰਟਸ ਵਿੱਚ ਲਿਖੀਏ। PCS ਦੀ ਆਨਸਰ ਰਾਈਟਿੰਗ ਸਕਿੱਲਸ ਸਲਾਈਟਲੀ ਡਿਫਰੈਂਟ ਨੇ UPSC ਨਾਲੋਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈਗਾ। ਜਿਵੇਂ UPSC ਦਾ ਆਨਸਰ ਆਇਆ ਚਾਈਲਡ ਸੈਕਸ ਰੇਸ਼ੋ ਦੇ ਉੱਤੇ, ਫੋਲੋਇੰਗ ਦੇ ਉੱਤੇ। ਜੇ ਤੁਸੀਂ ਸਿੰਪਲੀ ਇੱਕ ਫਰੇਜ਼ ਯੂਜ਼ ਕਰਤਾ ਕਿ ਕਾਜ਼ਸ ਤੁਸੀਂ ਲਿਖੇ 0.1, 0.2, 0.3, ਤੁਸੀਂ 0.1 ਲਿਖਤਾ ਮੀਟਾ ਸਨ ਪ੍ਰੈਫਰੈਂਸ, ਠੀਕ ਹੈ, ਤਾਂ UPSC ਦੇ ਐਗਜ਼ਾਮੀਨਰ ਨੂੰ ਸਮਝ ਆ ਜਾਏਗਾ। ਬਿਕੋਜ਼ ਹੇਅਰ ਇਫ ਯੂ ਰਾਈਟ ਦਿਸ ਯੂ ਹੈਵ ਟੂ ਐਕਸਪਲੇਨ ਇਟ। In PPSC, you have to explain the points. For example, if somebody asks you about ਕੀ ਕਹਿੰਦੇ ਹੁੰਦੇ ਆ ਚਾਈਨੀਜ਼ ਥ੍ਰੈਟ ਟੂ ਇੰਡੀਆ, ਤੇ ਤੁਸੀਂ ਥ੍ਰੈਟਸ ਦੇ ਵਿੱਚ ਇੱਕ ਲਿਖਿਆ ਹੋਇਆ ਸਟ੍ਰਿੰਗ ਆਫ ਪਰਲ ਸਟ੍ਰੈਟਜੀ, ਤੁਸੀਂ ਸਿਰਫ ਸਟ੍ਰਿੰਗ ਆਫ ਪਰਲਸ UPSC 'ਚ ਲਿਖਤਾ ਤਾਂ ਐਗਜ਼ਾਮੀਨਰ ਨੂੰ ਸਮਝ ਆ ਜਾਊਗਾ, ਤੁਹਾਨੂੰ ਮਾਰਕਸ ਦੇ ਦਊਗਾ ਉਹ। ਇੱਥੇ ਤੁਸੀਂ ਸਟ੍ਰਿੰਗ ਆਫ ਪਰਲਸ ਨੂੰ ਇੱਕ ਲਾਈਨ 'ਚ ਐਕਸਪਲੇਨ ਵੀ ਕਰਨਾ ਕਿ ਜੀਓ ਪੋਲੀਟੀਕਲ ਐਨਸਰਕਲਮੈਂਟ ਆਫ ਇੰਡੀਆ ਥਰੂ ਨੈਟਵਰਕ ਆਫ ਪੋਰਟਸ ਐਂਡ ਬੇਸਿਸ ਬਾਏ ਚਾਈਨਾ, ਠੀਕ ਹੈ। ਇਹਦਾ ਇੱਕ ਬੈਨੀਫਿਟ ਕੀ ਹੁੰਦਾ ਹੈਗਾ ਕਿ ਐਗਜ਼ਾਮੀਨਰ ਨੂੰ ਪਤਾ ਹੈਗਾ ਕਿ ਯੂ ਆਰ ਨਾਟ ਫਰੀਵੀਅਸਲੀ ਜਸਟ ਸਪੈਲਿੰਗ ਕੀਵਰਡਸ, ਜਿਹਨੂੰ ਆਪਾਂ ਕਹਿੰਦੇ ਨਾ ਵਰਬਲ ਡਾਇਰੀਆ ਕਰ ਰਹੇ ਹਾਂ ਆਪਾਂ, ਉਹ ਨਹੀਂ ਹੋਊਗਾ। ਐਗਜ਼ਾਮੀਨਰ ਨੂੰ ਲੱਗੂਗਾ ਕਿ ਬੰਦੇ ਨੂੰ ਆਰਗੈਨਿਕਲੀ ਪਤਾ ਹੈਗਾ। PCS ਲਈ ਮੇਰਾ ਫੰਡਾ ਇਹੀ ਹੈ ਕਿ ਜਿਵੇਂ UPSC ਲਈ ਆਪਾਂ ਕਹਿੰਦੇ ਹਾਂ ਕਿ ਜਿੰਨੇ ਜ਼ਿਆਦਾ ਪੁਆਇੰਟਸ ਹੋਣ ਉਨਾ ਵਧੀਆ, 9 ਪੁਆਇੰਟਸ ਹੋਣ, 10 ਪੁਆਇੰਟਸ ਹੋਣ, ਵਧੀਆ। PCS ਲਈ ਕੀ ਹੈ, ਤੁਸੀਂ ਪੁਆਇੰਟਸ 6 ਹੀ ਲਿਖੋ ਚਾਹੇ ਆਨਸਰਸ, ਪਰ ਐਕਸਪਲੇਨ ਦੈਮ ਵੈਲ ਇਨਫ। ਐਂਡ I am in the process of, I think, preparing for UPSC also. If at all there are any divergence that I think मेरी UPSC strategy which भी है, I'll definitely make a video and share it on the Launchpad Institute. But PCS ਤੇ UPSC आंसर राइटिंग बेसिकली आ फर्क है, पॉइंट्स ਵਿੱਚ ਦੋਨੋਂ ਹੀ ਲਿਖਣੇ ਆ, ਪਰ ਉਹ ਪੁਆਇੰਟ ਕਿਸ ਹੱਦ ਤੱਕ ਡਿਸਕ੍ਰਾਈਬਡ ਹੋਣਾ ਚਾਹੀਦਾ ਉਹ ਮੈਟਰ ਕਰਦਾ ਹੈਗਾ PCS ਵਿੱਚ। ਸੋ ਸਚਿਨ, ਕੁਝ ਐਸਪੀਰੈਂਟਸ ਦਾ, ਕੁਝ ਕੈਂਡੀਡੇਟਸ ਦਾ ਕੁਝ ਥੋੜੇ ਜਿਹੇ ਮਾਰਕਸ ਤੋਂ ਜਿਹੜਾ ਆਪਣਾ ਪ੍ਰੀਲਿਮਸ ਜਾਂ ਮੇਨਸ ਉਹ ਰਹਿ ਜਾਂਦਾ ਪੇਪਰ ਕਲੀਅਰ ਹੋਣ ਤੋਂ, ਤਾਂ ਤੁਹਾਡਾ ਉਹਨਾਂ ਲਈ ਕੀ ਮੈਸੇਜ ਹੈ? ਮੈਂ ਉਹਨਾਂ ਕੈਂਡੀਡੇਟਸ ਨੂੰ ਬਸ ਇੱਕ ਹੀ ਗੱਲ ਕਹਿਣਾ ਚਾਹੂੰਗਾ ਕਿ ਦੇਰ ਇਜ਼ ਨੋ ਡਾਊਟ ਕਿ ਲੱਕ ਪਲੇਜ਼ ਅ ਰੋਲ। ਜੇ ਮੇਰੇ 0.5 ਮਾਰਕਸ ਜ਼ਿਆਦਾ ਨਹੀਂ ਹੁੰਦੇ ਤਾਂ ਮੈਂ ਸ਼ਾਇਦ ਅੱਜ ਉਰੇ ਨਹੀਂ ਬੈਠਾ ਹੁੰਦਾ ਪ੍ਰੀਲਿਮਸ ਵਿੱਚ। ਆਈ ਜਸਟ ਸਕੋਰਡ ਹਾਫ ਮਾਰਕ ਮੋਰ ਦੈਨ ਦਾ ਕੱਟ ਆਫ, ਦੈਟ ਵਾਸ 244.5। ਓਬਵੀਅਸਲੀ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ, ਬਿਕੋਜ਼ ਇਟ ਇਜ਼ ਲਾਈਕ ਤੁਸੀਂ ਫਿਨਿਸ਼ ਲਾਈਨ ਦੇ ਬਹੁਤ ਕੋਲ ਹੋ ਅਤੇ ਕੋਲ ਆ ਕੇ ਰੇਸ ਨਹੀਂ ਫਿਨਿਸ਼ ਕਰ ਸਕੇ। ਪਰ ਮੈਂ ਕਹੂੰਗਾ ਕਿ ਟੇਕ ਇਟ ਇਨ ਯੋਰ ਸਟਰਾਈਡ ਅਤੇ ਗਿਵ ਯੋਰਸੈਲਫ 7 or 8 days ਆਫ ਰਿਲੈਕਸੇਸ਼ਨ ਆਫਟਰ ਦਿਸ। ਕਿਉਂਕਿ ਜਦ ਰਿਜ਼ਲਟ ਆਉਂਦਾ ਹੈਗਾ ਤੁਸੀਂ ਉਸੇ ਦਿਨ ਆਪਾਂ ਜੋਸ਼ 'ਚ ਆ ਜਾਂਦੇ ਹਾਂ, ਆਪਾਂ ਕਹਿੰਦੇ ਹਾਂ ਕਿ ਨਹੀਂ ਆਪਾਂ ਹੁਣੇ ਜਾਵਾਂਗੇ, ਜਾ ਕੇ ਪੜ੍ਹਾਂਗੇ। ਪਰ ਦਿੱਕਤ ਇਹ ਹੈ ਕਿ ਕਹਿੰਦੇ ਨੇ ਨਾ, ਮਾਈਂਡ ਨੀਡਸ ਟਾਈਮ ਟੂ ਗਰੀਵ ਇਟ ਸੈਲਫ, ਠੀਕ ਹੈ। ਤਾਂ ਗਰੀਵਿੰਗ ਇਜ਼ ਆਲਸੋ ਅ ਰਿਚੁਅਲ। ਤਾਂ ਜੇ ਤੁਸੀਂ 0.5 ਮਾਰਕਸ ਤੋਂ ਜਾਂ 1 ਮਾਰਕ ਤੋਂ ਰਹਿ ਗਏ ਹੋ, ਹੌਸਲਾ ਨਾ ਛੱਡੋ। 7 ਦਿਨ ਅੱਛੀ ਤਰ੍ਹਾਂ ਆਪਣੇ ਆਪ ਨੂੰ ਟਾਈਮ ਦਿਓ, ਆਪਣੇ ਆਪ ਨੂੰ ਸਪੇਸ ਦਿਓ, ਆਪਣੇ ਮਾਈਂਡ ਨੂੰ ਕਲੀਅਰ ਕਰੋ, ਫਿਰ ਦੁਬਾਰਾ ਆ ਕੇ ਪ੍ਰੈਪਰੇਸ਼ਨ ਵਿੱਚ ਲੱਗ ਜਾਓ ਅਤੇ ਚੈੱਕ ਕਰੋ ਕਿ ਤੁਸੀਂ ਕਿੱਥੇ ਗਲਤੀਆਂ ਕੀਤੀਆਂ। ਜਿਵੇਂ ਮੈਂ ਹੁਣ ਇਸ ਵਾਰ ਕਹਾਂ ਕਿ ਮੈਂ CSAT ਨੂੰ ਥੋੜ੍ਹਾ ਜਿਹਾ ਲਾਈਟਲੀ ਲੈ ਗਿਆ ਅਤੇ ਸ਼ਾਇਦ ਉਹ ਇੱਕ ਮੇਰੇ ਲਈ ਐਕਿਲਸ ਹੀਲ ਬਣ ਸਕਦਾ ਸੀਗਾ। ਜੇ ਮੈਂ ਬਾਈ ਚਾਂਸ ਦੇਣਾ ਹੁੰਦਾ ਅਗਲੀ ਵਾਰ ਤਾਂ ਮੈਂ ਸ਼ਾਇਦ CSAT ਦੇ ਉੱਤੇ ਬਹੁਤ ਜ਼ਿਆਦਾ ਫੋਕਸ ਕਰਦਾ। ਦੇਖੋ, ਕੋਈ ਵੀ ਚੀਜ਼ ਇੱਦਾਂ ਦੀ ਨਹੀਂ ਹੈਗੀ ਜੋ ਇੰਪਰੂਵ ਨਹੀਂ ਕੀਤੀ ਜਾ ਸਕਦੀ। ਮਤਲਬ ਜਿਹੜੇ ਐਸਪੀਰੈਂਟਸ ਬਹੁਤ ਘੱਟ ਮਾਰਕਸ ਤੋਂ ਰਹਿ ਗਏ ਉਹਨਾਂ ਨੂੰ ਆਹੀ ਕਹਿਣਾ ਚਾਹੂੰਗਾ, ਜਦ ਤੁਸੀਂ ਪੈਦਾ ਹੋਏ ਸੀਗੇ, ਤੁਸੀਂ ਜਦ ਚੱਲਣਾ ਸਟਾਰਟ ਕੀਤਾ, ਤੁਸੀਂ ਸ਼ੁਰੂ ਚੱਲਣਾ ਵੀ ਇੱਕ ਆਰਟ ਸੀਗੀ ਨਾ। ਹੁਣ ਤੁਸੀਂ ਚੱਲ ਕਿਵੇਂ ਰਹੇ ਹੋ? ਬਹੁਤ ਜ਼ਿਆਦਾ ਸਪੌਂਟੇਨੀਅਸਲੀ।
ਸ਼ੁਰੂ ਤੁਸੀਂ ਚੱਲਦੇ ਸੀਗੇ, ਤੁਸੀਂ ਬਹੁਤ ਜ਼ਿਆਦਾ ਗਿਰ ਰਹੇ ਸੀਗੇ। ਸ਼ੁਰੂ ਜਦ ਤੁਸੀਂ ਲਿਖਣਾ ਸਟਾਰਟ ਕੀਤਾ ਉਦੋਂ ਤੁਹਾਡੇ ਲਈ ਬਹੁਤ ਜ਼ਿਆਦਾ ਔਖਾ ਸੀਗਾ ਇਹ, ਰਾਈਟ? ਕਿਉਂਕਿ ਦੈਟ ਇਜ਼ ਆਲਸੋ ਐਨ ਆਰਟ। ਕੋਈ ਵੀ ਨਿਊ ਸਕਿੱਲ ਜਦ ਆਪਾਂ ਸਿੱਖਦੇ ਹਾਂ ਉਹਨੂੰ ਸਿੱਖਣ ਲਈ ਟਾਈਮ ਚਾਹੀਦਾ ਹੈਗਾ। ਤੇ ਕਹਿੰਦੇ ਨੇ ਕਿ ਦੇਰ ਇਜ਼ ਲਾਈਕ 1000 ਔਰ ਪ੍ਰੋਬਬਲੀ 10,000 ਆਰ ਰੂਲ ਕਿ ਇਫ ਯੂ spend these many hours on a particular skill, you are said to have mastered it. ਤੇ I firmly believe in that ideology. ਤੇ please keep working on yourself. ਹੌਸਲਾ ਨਾ ਛੱਡੋ। ਯਾਦ ਰੱਖੋ each and every one of you can be a bureaucrat. ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ 0.5 ਮਾਰਕਸ ਤੋਂ ਰਹਿ ਗਿਆ, ਚਾਹੇ ਤੁਹਾਡਾ 20 ਮਾਰਕਸ ਤੋਂ ਵੀ ਰਹਿ ਗਿਆ ਤਾਂ ਵੀ ਇੱਕ ਐਕਸਪੋਨੈਂਸ਼ੀਅਲ ਚੇਂਜ ਆ ਸਕਦਾ ਤੁਹਾਡੇ ਅੰਦਰ। ਤੇ ਇਸ ਪ੍ਰੈਪਰੇਸ਼ਨ ਦੇ ਦੌਰਾਨ ਫੈਮਿਲੀ ਦੇ ਸਪੋਰਟ ਦੀ ਕੀ ਇੰਪੋਰਟੈਂਸ ਰਹੀ ਤੁਹਾਡੇ ਲਈ? ਮੈਂ ਜਿਵੇਂ ਤੁਸੀਂ ਦੇਖਿਆ ਹੋਣਾ, ਮੈਂ ਦ ਟ੍ਰਿਬਿਊਨ ਦੇ ਵਿੱਚ ਵੀ ਕਿਹਾ ਕਿ ਮੈਨੂੰ ਸ਼ੁਰੂ ਤੋਂ ਕਾਰ ਅੱਛੀ ਤਰ੍ਹਾਂ ਨਹੀਂ ਆਉਂਦੀ ਚਲਾਉਣੀ ਤੇ ਮੈਨੂੰ ਡਰ ਆ ਕਿ ਮੈਂ ਚਲਾਊਂਗਾ ਤਾਂ ਮੇਰੇ ਤੋਂ ਲੱਗ ਜੂਗੀ। ਪਰ ਮੇਰੇ ਡੈਡ ਨੇ ਮੈਨੂੰ ਇੱਕ ਵੀ ਵਾਰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਬੇਟਾ ਤੈਨੂੰ ਕਾਰ ਨਹੀਂ ਆਉਂਦੀ, ਤੈਨੂੰ ਸਵੇਰੇ ਲਾਇਬ੍ਰੇਰੀ ਛੱਡ ਕੇ ਆਉਣਾ ਪੈਂਦਾ ਤੇ ਸ਼ਾਮ ਨੂੰ ਪਿਕ ਕਰਨਾ ਪੈਂਦਾ। ਹੀ ਆਲਵੇਜ਼ ਸੈਡ ਕਿ ਤੇਰਾ ਪੜ੍ਹਨ ਦਾ ਮਨ ਹੈ ਤੂੰ ਪੜ੍ਹ। ਤੇ ਆਈ ਥਿੰਕ ਬਹੁਤ ਜ਼ਿਆਦਾ ਕਰੂਸ਼ੀਅਲ ਸਪੋਰਟ ਸੀਗੀ। ਤੇ ਦੂਸਰੀ ਸਭ ਤੋਂ ਜ਼ਿਆਦਾ ਆਈ ਥਿੰਕ ਸਪੋਰਟ ਮੇਰੇ ਲਈ, ਮਤਲਬ ਜੋ ਮੈਨੂੰ ਲੱਗਦਾ ਕਿ ਇੱਕ ਮੂਮੈਂਟ ਜੋ ਮੇਰੇ ਲਈ ਸਟੈਂਡ ਆਊਟ ਕਰਦੀ ਆ, ਜਦ ਮੈਂ ਦਿੱਲੀ ਤੋਂ ਵਾਪਸ ਆਇਆ, ਮਾਈ ਗ੍ਰੈਂਡਮਾ ਹੈਡ ਪਾਸਡ ਅਵੇ ਤੇ ਆਈ ਹੈਡਨਟ ਕਲੀਅਰਡ UPSC। ਤੇ ਮੈਂ ਬਹੁਤ ਜ਼ਿਆਦਾ ਇੱਕ ਕਹਿੰਦੇ ਨੇ ਨਾ ਆਪਾਂ ਇੰਟੈਲੈਕਚੁਅਲ ਤੇ ਮੈਂਟਲ ਡਿਪਲੀਸ਼ਨ ਆ ਜਾਂਦੀ ਆ ਆਪਣੇ ਮਨ ਦੇ ਵਿੱਚ। ਤੇ ਉਸ ਪੁਆਇੰਟ ਆਫ ਟਾਈਮ ਤੇ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਇਸ ਦੇ ਲਈ ਬਣਿਆ ਹੀ ਨਹੀਂ ਹੈਗਾ। ਮੇਰੇ 'ਚ ਟੈਂਪਰਾਮੈਂਟ ਹੀ ਨਹੀਂ ਹੈਗੇ, ਮੇਰੇ ਮੂਡ ਸਵਿੰਗਸ ਬਹੁਤ ਜ਼ਿਆਦਾ ਹੁੰਦੇ ਸੀਗੇ, ਮੈਂ ਕੰਸਿਸਟੈਂਟਲੀ ਪੜ੍ਹ ਨਹੀਂ ਪਾ ਰਿਹਾ ਸੀਗਾ। ਤੇ ਉਸ ਵੇਲੇ ਫੈਮਿਲੀ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ। ਸ਼ਾਇਦ ਜੇ ਉਹ ਉਸ ਵੇਲੇ ਨਾ ਸਪੋਰਟ ਕਰਦੇ, ਉਹ ਵੀ ਉਸ ਵੇਲੇ ਕਹਿ ਦਿੰਦੇ ਕਿ ਨਹੀਂ ਤੂੰ ਕੁਛ ਹੋਰ ਕਰ ਲਾ, ਤੂੰ ਕੁਛ ਹੋਰ ਕਰ ਲਾ, ਮਤਲਬ ਮੈਨੂੰ ਵੀ ਲੱਗਦਾ ਕਿ ਇੱਕ ਆਈ ਐਮ ਸੌਰੀ ਜੇ ਕੋਈ ਰਿਲੇਟਿਵ ਇਹ ਦੇਖ ਰਿਹਾ, ਪਰ ਕਹਿੰਦੇ ਨੇ ਨਾ ਕਿ ਦੇਰ ਆਰ ਫਿਊ ਰਿਲੇਟਿਵਸ ਜਿਨ੍ਹਾਂ ਨੂੰ ਪੋਕ ਕਰਨ ਦੀ ਆਦਤ ਹੁੰਦੀ ਹੈ, ਜਿਨ੍ਹਾਂ ਦਾ ਓਨਲੀ ਪਰਪਸ ਹੁੰਦਾ ਹੈਗਾ ਕਿ ਤੁਹਾਨੂੰ ਇਹ ਕਹਿਣਾ ਕਿ ਕੁਛ ਹੋਰ ਕਰ ਲਓ, ਕੁਛ ਹੋਰ ਕਰ ਲਓ। ਮੇਰੇ ਫੈਮਿਲੀ ਨੇ ਮੈਨੂੰ ਹਮੇਸ਼ਾ ਉਹਨਾਂ ਤੋਂ ਸ਼ੀਲਡ ਕਰਕੇ ਰੱਖਿਆ। ਕਿਸੇ ਤਰ੍ਹਾਂ ਦਾ ਮੈਰਿਟਲ ਪ੍ਰੈਸ਼ਰ, ਰਿਲੇਟਿਵ ਪ੍ਰੈਸ਼ਰ ਜਾਂ ਪੀਅਰ ਪ੍ਰੈਸ਼ਰ ਦੇ ਵਿੱਚ ਨਹੀਂ ਆਉਣ ਦਿੱਤਾ। ਤੇ ਹਮੇਸ਼ਾ ਕਿਹਾ ਕਿ ਬੇਟਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ। ਇਨਫੈਕਟ ਜਦ ਮੇਰਾ ਪਲੇਸਮੈਂਟ ਆਈ ਤੇ 15 lakhs ਐਜ਼ ਯੂ ਨੋ ਇਜ਼ ਅ ਬਿਗ ਮਨੀ ਫॉर ਮਿਡਲ ਕਲਾਸ ਪੀਪਲ ਲਾਈਕ ਅਸ, ਠੀਕ ਹੈ। ਐਂਡ I was placed in a good company, Trident. ਤੇ ਐਂਡ ਆਈ ਟੋਲਡ ਦੈਮ ਕਿ ਮੈਂ ਉਹ NGO ਦੇ ਐਕਸਪੀਰੀਅੰਸ ਤੋਂ ਬਾਅਦ ਮੈਂ ਰੈਕਗਨਾਈਜ਼ ਕੀਤਾ ਹੈਗਾ ਕਿ ਪ੍ਰਾਈਵੇਟ ਸੈਕਟਰ ਵਿੱਚ ਜਾਊਂਗਾ ਤਾਂ ਕਦੇ ਮਨ ਖੁਸ਼ ਨਹੀਂ ਰਹਿ ਪਾਊਗਾ, ਉਹ ਸੈਂਸ ਆਫ ਅਕੰਪਲਿਸ਼ਮੈਂਟ ਨਹੀਂ ਮਿਲੂਗੀ। ਤਾਂ ਉਹ ਕਹਿੰਦੇ ਕਿ ਬੇਟਾ ਕੋਈ ਗੱਲ ਨਹੀਂ, ਇਫ ਦਿਸ ਇਜ਼ ਵਾਟ ਯੂ ਵਾਂਟ ਟੂ ਡੂ ਗੋ ਹੈਡ। ਐਂਡ ਦੇ ਸੈਂਟ ਮੀ ਟੂ ਦਿੱਲੀ ਫॉर ਕੋਚਿੰਗ ਐਂਡ ਦੈਨ ਆਈ ਗॉट disillusioned with the coaching, as I have already told you ਕਿ ਮਤਲਬ so I came back and that's when my family supported me a lot. All in all ਮਤਲਬ ਸਾਰੇ। ਤੇ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹੂੰਗਾ ਆਪਣੇ 4 ਸਿਬਲਿੰਗਸ ਦਾ, ਸੰਜਨਾ, ਪ੍ਰਿਆ, ਰਿਦਮ ਤੇ ਅਭਿਸ਼ੇਕ ਦਾ, ਕਿਉਂਕਿ ਉਹ ਹਮੇਸ਼ਾ ਘਰੇ ਜੋਵੀਅਲ ਜਿਹਾ ਮਾਹੌਲ ਬਣਾ ਕੇ ਰੱਖਦੇ ਸੀ, ਖੱਪ ਪਾ ਕੇ ਰੱਖਦੇ ਸੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ। ਤੇ ਕਦੇ ਅਹਿਸਾਸ ਨਹੀਂ ਹੁੰਦਾ ਤਾਂ ਮੈਨੂੰ ਕਿ ਮੈਂ ਇੰਨੇ ਬੜੇ ਐਗਜ਼ਾਮ ਦੀ ਤਿਆਰੀ ਕਰ ਰਿਹਾ। ਮੈਨੂੰ ਹਮੇਸ਼ਾ ਘਰੇ ਇੱਦਾਂ ਲੱਗਦਾ ਸੀਗਾ ਕਿ ਬਹੁਤ ਫਨ ਜਿਹਾ ਟਾਈਮ ਹੈਗਾ, ਕ੍ਰਿਕਟ ਖੇਡ ਲੈਣਾ ਸ਼ਾਮ ਨੂੰ ਬੱਚਿਆਂ ਦੇ ਨਾਲ, ਹਫਤੇ 'ਚ ਇੱਕ ਵਾਰ ਮੂਵੀ ਦੇਖ ਲੈਣੀ। ਤਾਂ ਉਹ ਬਹੁਤ ਜ਼ਿਆਦਾ ਇੱਕ ਕੀ ਕਹਿੰਦੇ ਨੇ ਰਿਫਰੈਸ਼ਿੰਗ ਐਕਸਪੀਰੀਅੰਸ ਸੀਗਾ ਮੇਰੇ ਲਈ। ਇੱਕ ਲਾਈਫ ਦੇ ਪਾਰਟ ਦੇ ਵਾਂਗ ਟ੍ਰੀਟ ਕਰਨਾ ਇਸ ਐਗਜ਼ਾਮ ਨੂੰ। ਹਾਂਜੀ ਬਿਲਕੁਲ। UPSC or PCS is not life, it is just a part of life and part of a phase of life, right? After you cross 30 you will not be in the UPSC race whether you get selected or not, ठीक है? And before 20 you were never in UPSC race. ते मतलब if for this 10 years of window you cannot put your entire life on the line. It's as simple as that. ਕਿ ਤੁਹਾਨੂੰ ਕੋਈ ਐਸੀ ਟਿਪ ਜੋ ਤੁਹਾਨੂੰ ਸਟਾਰਟਿੰਗ 'ਚ ਮਿਲੀ ਹੁੰਦੀ ਆਪਣੀ ਪ੍ਰੈਪਰੇਸ਼ਨ ਦੇ ਦੌਰਾਨ, ਆਪਣੀ ਪ੍ਰੈਪਰੇਸ਼ਨ ਨੂੰ ਸਟਾਰਟ ਕਰਨ ਤੋਂ ਪਹਿਲਾਂ, ਜੋ ਤੁਹਾਡੀ ਇਸ ਜਰਨੀ ਨੂੰ ਆਸਾਨ ਬਣਾ ਦਿੰਦੀ? ਓਕੇ ਮੈਮ, ਮੈਂ ਇੱਕ ਨਹੀਂ ਮੈਂ 3 ਟਿਪਸ ਦੇਣੀਆਂ ਚਾਹੂੰਗਾ। ਪਹਿਲੀ ਗੱਲ ਤਾਂ ਇਹ ਆ ਕਿ ਸਾਰੇ ਐਸਪੀਰੈਂਟਸ ਨੂੰ ਫੀਅਰ ਆਫ ਫੇਲੀਅਰ ਬਹੁਤ ਜ਼ਿਆਦਾ ਖਲਦਾ ਅਤੇ ਨੈਚੁਰਲ ਵੀ ਹੈ, ਕਿਉਂਕਿ ਤੁਸੀਂ ਇਸ ਵਾਰ ਦਾ PCS ਦੇਖੋ, ਅਰਾਊਂਡ 50,000 ਬੱਚਿਆਂ ਨੇ ਦਿੱਤਾ ਫॉर 77 ਸੀਟਸ। ਤਾਂ ਸਿਲੈਕਸ਼ਨ ਰੇਸ਼ੋ ਇਜ਼ ਲੈਸ ਦੈਨ 0.003 ਔਰ 0.03% ਰਫਲੀ। ਤਾਂ ਫੀਅਰ ਆਫ ਫੇਲੀਅਰ ਆਉਣਾ ਜ਼ਰੂਰੀ ਹੈ। ਪਰ ਮੈਂ ਚਾਰਲਸ ਬੁਕੋਵਸਕੀ ਨੂੰ ਕੋਟ ਕਰੂੰਗਾ, ਇਫ ਯੂ ਆਰ ਗੋਇੰਗ ਗੋ ਆਲ ਦਾ ਵੇ ਇਨ, ਠੀਕ ਹੈ? ਬਿਲਕੁਲ ਵੀ ਫੀਅਰ ਆਫ ਫੇਲੀਅਰ ਮਨ ਵਿੱਚ ਨਹੀਂ ਲੈ ਕੇ ਆਉਣਾ, ਅਤੇ ਜੇ ਆ ਰਿਹਾ ਹੈਗਾ ਉਹ ਨੈਚੁਰਲ ਹੈ, ਉਹਨੂੰ ਓਵਰਕਮ ਕਰਨਾ, ਠੀਕ ਹੈ? ਇਹ ਇੱਦਾਂ ਨਹੀਂ ਹੈ ਕੋਈ ਜਾਦੂ ਦੀ ਉਹ ਨਹੀਂ ਹੈਗੀ, ਮਤਲਬ ਸਟਿਕ ਨਹੀਂ ਹੈਗੀ, ਕੋਈ ਮੈਜਿਕ ਵੈਂਡ ਨਹੀਂ ਹੈਗੀ ਕਿ ਇੱਕਦਮ ਅਚਾਨਕ ਫੀਅਰ ਆਫ ਫੇਲੀਅਰ ਖਤਮ ਹੋ ਜਾਊਗਾ। ਤੁਹਾਨੂੰ ਉਹਨੂੰ ਡੇ ਬਾਏ ਡੇ ਬੈਟਲ ਕਰਨਾ ਪਊਗਾ,
ਇੱਕ ਡੀਮਨ ਦੀ ਤਰ੍ਹਾਂ ਤੁਹਾਡੇ ਇੰਟਰਨਲ ਡੀਮਨਸ ਨੇ ਉਹ ਉਹਨਾਂ ਨੂੰ ਬੈਟਲ ਕਰਨਾ ਪਊਗਾ, ਉਹ ਸਲੋਲੀ ਐਂਡ ਸਟੈਡੀਲੀ ਸਬਸਾਈਡ ਕਰ ਜਾਣਗੇ। ਮੈਨੂੰ ਜੇ ਸ਼ੁਰੂ 'ਚ ਕਿਸੇ ਨੇ ਦੱਸਿਆ ਹੁੰਦਾ ਕਿ ਇਹ ਇੱਕ ਨਾਰਮਲ ਚੀਜ਼ ਹੈਗੀ ਆ ਤਾਂ ਸ਼ਾਇਦ ਮੈਂ ਇੰਨਾ ਜ਼ਿਆਦਾ ਪੈਰਾਨੋਇਡ ਨਾ ਹੁੰਦਾ, ਪਹਿਲੀ ਗੱਲ। ਦੂਸਰੀ ਗੱਲ, ਸ਼ੁਰੂ 'ਚ ਮੈਂ ਐਕਸਪਲੋਰ ਬਹੁਤ ਕੀਤਾ, ਮੈਂ ਬਹੁਤ ਜ਼ਿਆਦਾ ਰਿਸੋਰਸਿਸ ਪੜ੍ਹੇ। ਜੇ ਮੈਨੂੰ ਸ਼ੁਰੂ 'ਚ ਕਿਸੇ ਨੇ ਕਿਹਾ ਹੁੰਦਾ ਕਿ ਮਿਨੀਮਮ ਰਿਸੋਰਸਿਸ ਮੈਕਸਿਮਮ ਰਿਵੀਜ਼ਨ ਦੇ ਫਾਰਮੂਲਾ 'ਤੇ ਸਟਿਕ ਕਰੋ ਤਾਂ ਸ਼ਾਇਦ ਬੈਟਰ ਚੀਜ਼ ਹੁੰਦੀ। ਅਤੇ ਤੀਸਰੀ ਅਤੇ ਲਾਸਟ ਟਿਪ ਜੋ ਮੈਂ ਕਹਿਣਾ ਚਾਹੂੰਗਾ, ਜੇ ਮੈਨੂੰ ਕਿਸੇ ਨੇ ਦਿੱਤੀ ਹੁੰਦੀ ਸ਼ੁਰੂ 'ਚ ਨਾ, ਮੈਂ ਆਨਸਰਸ ਦੀ ਕੁਆਲਿਟੀ ਦੇ ਪਿੱਛੇ ਬਹੁਤ ਜ਼ਿਆਦਾ ਭੱਜਦਾ ਸੀ। ਜੇ ਮੈਨੂੰ ਉਸ ਵੇਲੇ ਕਿਸੇ ਨੇ ਕਿਹਾ ਹੁੰਦਾ ਕਿ ਬੇਟਾ ਪੇਪਰ ਕੰਪਲੀਟ ਕਰਨਾ ਫਸਟ ਟਾਸਕ ਹੈ, ਜੇ ਤੁਸੀਂ ਪੇਪਰ ਹੀ ਨਹੀਂ ਪੂਰਾ ਕਰੇ ਤੁਸੀਂ ਰੇਸ ਤੋਂ ਆਟੋਮੈਟਿਕਲੀ ਬਾਹਰ ਹੋ ਗਏ, ਤਾਂ ਸ਼ਾਇਦ ਆਈ ਥਿੰਕ ਮਾਈ ਜਰਨੀ ਵੁੱਡ ਹੈਵ ਸ਼ਾਰਟਨਡ ਬਾਈ 1 or 2 years। ਅਤੇ ਦਿਸ ਵੁੱਡ ਬੀ ਮਾਈ ਟਿਪ ਕਿ ਪਲੀਜ਼ ਪਹਿਲਾਂ ਪੇਪਰ ਪੂਰਾ ਕਰੋ, ਅਤੇ ਪੇਪਰ ਪੂਰਾ ਜਦ ਕਰਨਾ ਤੁਸੀਂ ਸਿੱਖ ਗਏ, ਬਾਏ ਐਂਡ ਬਾਏ ਕੁਆਲਿਟੀ ਆਪਣੇ ਆਪ ਆ ਜਾਏਗੀ। ਪਹਿਲਾਂ ਕੁਆਲਿਟੀ ਦੇ ਪਿੱਛੇ ਨਾ ਭੱਜੋ, ਪਹਿਲਾਂ ਪੇਪਰ ਪੂਰਾ ਕਰੋ। And once again, congratulations and best wishes for your future. Thank you so much, ma'am. It has been a pleasure talking to you and the Launchpad team.